ਤੈਨੂੰ ਮੈਂ ਕੋਰਟ 'ਚ ਦੇਖੂੰਗਾ, ਤੈਨੂੰ ਮੈਂ ਅਦਾਲਤ 'ਚ ਘੜੀਸੂੰਗਾ ਕਿ ਮੈਨੂੰ ਤਾਂ ਅਦਾਲਤ 'ਚੋਂ ਇਨਸਾਫ ਮਿਲੇਗਾ। ਤੁਸੀਂ ਜਾਂ ਤਾਂ ਆਪਣੇ ਘਰ ਬੈਠ ਜਾਓ, ਤੁਹਾਨੂੰ ਕਿਸੇ ਨੇ ਇਨਵਾਈਟ ਤਾਂ ਕੀਤਾ ਨਹੀਂ ਕਿ ਤੁਸੀਂ ਜੱਜ ਬਣੋ। ਅਗਰ ਜੱਜ ਤਾਂ ਕਿਹਾ ਨਹੀਂ ਵੀ ਤੁਹਾਨੂੰ ਜੱਜ ਬਣਨਾ ਜ਼ਰੂਰੀ ਹੈ ਜਿਉਣ ਦੇ ਲਈ, ਜ਼ਰੂਰੀ ਨਹੀਂ ਹੈ, ਤੁਸੀਂ ਸਾਡੇ ਵਾਂਗ ਘਰ ਬੈਠੋ, ਤੁਹਾਨੂੰ ਕਿੰਨੇ ਬੁਲਾਇਆ? ਨਿਆਂ ਦੀ ਆਸ ਹੈਗੀ ਹੈ ਜਾਂ ਇਹ ਸਭ, ਜੇ ਮੈਂ ਇੱਕ ਸ਼ਬਦ ਵਰਤਾਂ ਕਈਆਂ ਨੂੰ ਸ਼ਾਇਦ ਇਤਰਾਜ਼ ਹੋ ਜਾਏਗਾ, ਢਕੋਸਲਾ ਹੈ, ਡਰਾਮੇਬਾਜ਼ੀ। ਹਰੇਕ ਬੰਦਾ ਕਹਿੰਦਾ ਮੈਂ ਤੈਨੂੰ ਕੋਰਟ 'ਚ ਦੇਖ ਲਾਂਗਾ, ਇਹਦਾ ਮਤਲਬ ਕੀ ਹੈ? ਉਹਨੂੰ ਕੋਰਟ ਦੇ ਨਿਆਂ ਦੇ ਵਿੱਚ ਵਿਸ਼ਵਾਸ ਹੈ ਕਿ ਮੇਰੀ ਤਕਰੀਬਨ ਕਿਸੇ ਬੰਦੇ ਨਾਲ ਬਣਦੀ ਨਹੀਂ ਇੰਨੀ ਆਸਾਨੀ ਨਾਲ। ਸਾਡੇ ਨਾਲ ਹੀ 752 ਸਾਰਿਆਂ ਨਾਲ 157। ਠੀਕ ਹੈ, ਜ਼ਰੂਰੀ ਪਈ ਤਾਂ 302 ਵੀ ਲੱਗ ਜਾਏਗੀ ਕਿਸੇ ਦਿਨ। ਹਾਂਜੀ, ਇਹ ਜਿਹੇ ਹਾਲਾਤ ਬਣੇ ਹੋਏ ਨੇ, ਹਾਲਾਤ ਬਣੇ ਹੋਏ ਆ। ਇੱਥੇ ਕੁਝ ਨਹੀਂ ਹੁੰਦਾ ਜੀ, ਇੱਥੇ ਕੁਝ ਨਹੀਂ ਹੁੰਦਾ। ਇੱਥੇ ਸਾਰਾ ਕੋਰਟਾਂ 'ਚ ਡਰਾਮਾ ਹੁੰਦਾ। ਇੱਕ ਐਫੀਡੇਵਿਟ ਲਿਆਓ ਜੀ। ਐਫੀਡੇਵਿਟ ਕੀ ਹੈ? ਟਾਇਲਟ ਪੇਪਰ 50 ਰੁਪਏ ਦਾ ਕਾਗਜ਼, 50 ਰੁਪਏ ਦਾ ਟਾਇਲਟ ਪੇਪਰ। ਸੱਤੇ में जयते ਉਹਦੇ ਤੇ ਮੇਰਾ ਦੇਸ਼ ਮਹਾਨ, 100 में से 99 ਬੇਈਮਾਨ। ਸਵੇਰੇ ਦਾਲ ਰੋਟੀ ਖਾ ਲਈ ਤੇ ਸ਼ਾਮ ਨੂੰ ਦਾਲ ਰੋਟੀ ਖਾ ਕੇ ਸੋ ਗਏ। ਨਾ ਅਸੀਂ ਟੀਵੀ ਦੇਖਦੇ ਹਾਂ, ਨਾ ਕਿਸੇ ਡਿਬੇਟ ਜਾਂਦੇ ਹੋ। ਤੁਹਾਡੇ ਖਿਲਾਫ ਅਗਰ ਪਰਚਾ ਹੋ ਗਿਆ ਤੇ ਮੱਦੂ ਬਣ ਕੇ ਕੋਰਟਾਂ 'ਚ ਖੜੇ ਹੋ ਜਾਂਦੇ ਆ। ਉਹ ਕਾਲੇ ਚਿੱਟੇ ਕੋਟ ਵਾਲੇ ਵਕੀਲ ਛੱਡੋ, ਜੱਜ ਛੱਡੋ, ਵਕੀਲ ਦਾ ਮੁੰਸ਼ੀ ਉਹ ਗੇੜੇ ਪਵਾ ਦਿੰਦਾ ਜਿਹਨੂੰ ਪਤਾ ਨਹੀਂ। ਸਾਰੀ ਜਵਾਨੀ ਖਤਮ। ਸੜਕਾਂ ਦੇ ਗਲੀਆਂ 'ਚ ਨਾਲੀਆਂ 'ਚ ਬੱਚੇ ਗਿਰੇ ਹੁੰਦੇ ਆ। ਮਾਲਵਾ, ਫਾਜ਼ਿਲਕਾ, ਫਿਰੋਜ਼ਪੁਰ, ਆ ਬਾਰਡਰ ਏਰੀਆ ਖਤਮ, ਫਿਨਿਸ਼। ਰਿਹਾ ਕੌਣ ਹੈ? ਜਾਂ ਸਾਡੇ ਸਰਵਸ਼੍ਰੀ ਬਾਦਲ ਸਾਹਿਬ, ਜਿਨ੍ਹਾਂ ਵਾਸਤੇ ਫਰੈਸ਼ ਮੱਛੀ ਆਉਂਦੀ ਹੈ। ਤੁਹਾਨੂੰ, ਤੁਸੀਂ ਤਾਂ ਮੱਛੀ ਖਾ ਹੀ ਨਹੀਂ ਸਕਦੇ। ਜਿਹੜੀ 20 ਹਜ਼ਾਰ ਕਹਿੰਦੇ, ਸੁਣਿਆ ਮੈਂ 20-30 ਹਜ਼ਾਰ ਰੁਪਏ ਕਿਲੋ ਦੀ ਮੱਛੀ ਫਰੈਸ਼ ਖਾਂਦੇ ਆ। ਅਸੀਂ ਤਾਂ ਅਫੋਰਡ ਵੀ ਨਹੀਂ ਕਰ ਸਕਦੇ, ਸਾਡੀ ਤਾਂ ਇੰਨੀ ਸੈਲਰੀ ਵੀ ਨਹੀਂ ਹੈ। ਕੁਝ ਫੋਟੋਗ੍ਰਾਫਸ ਮੈਂ ਵੀ ਦੇਖੀਆਂ ਕਿ ਸ਼ੀ ਵਾਜ਼ ਸਲੀਪਿੰਗ ਵਿਦ ਹਰ ਮਾਮਾ। ਮੈਂ ਫੋਟੋਆਂ ਦੇਖੀਆਂ ਭਰਾ ਜੀ, ਮੈਂ ਅੱਛਾ ਨਹੀਂ ਲੱਗਦਾ। ਜਦੋਂ ਤੁਸੀਂ ਇੱਕ ਬੱਚੇ ਦੀ ਜਾਨ ਲੈ ਲਈ ਨਾ, ਤੁਹਾਡੇ ਵਾਸਤੇ ਕੋਈ ਮਨਾਹੀ ਹੀ ਨਹੀਂ। ਐਫੀਡੇਵਿਟ ਪਾਇਆ ਹੈ ਸੁਪਰੀਮ ਕੋਰਟ ਦੇ ਵਿੱਚ। ਜਦੋਂ ਵੀ ਵਾਰੀ ਆਏਗੀ ਇਹਨੂੰ ਨੋਟਿਸ ਕਰਾਵਾਂਗਾ ਮੈਂ। ਉਹ ਤੁਹਾਡੇ ਖੋਲ ਦੋਗੇ? ਖੋਲ ਦਾਂਗਾ, ਇਹਨੂੰ ਖੋਲਾਂਗਾ। ਇਹਦੀ ਲਾਅ ਦੀ ਡਿਗਰੀ ਕੈਂਸਲ ਕਰਾਵਾਂਗਾ ਭਰਾ ਜੀ ਮੈਂ। ਸੋ ਜਦੋਂ ਵੀ ਕਿਤੇ ਦੋ ਬੰਦੇ ਲੜ ਪੈਂਦੇ ਆਪਸ 'ਚ, ਰੌਲਾ ਕੋਈ ਵੀ ਹੋਵੇ, ਮਸਲਾ ਕੋਈ ਵੀ ਹੋਵੇ, ਭਾਵੇਂ ਜ਼ਮੀਨ ਦਾ, ਭਾਵੇਂ ਜਾਇਦਾਦ ਦਾ, ਭਾਵੇਂ ਪੈਸੇ ਦਾ, ਪਹਿਲਾਂ ਮੌਤਬਰ ਵਿਅਕਤੀ ਫੈਸਲਾ ਕਰਾਉਂਦੇ ਹੈ। ਗੱਲ ਨਹੀਂ ਬਣਦੀ ਫਿਰ ਪੰਚਾਇਤ ਕੋਲ ਚਲੇ ਜਾਂਦੇ ਹੈ। ਫੇਰ ਨਹੀਂ ਗੱਲ ਬਣਦੀ, ਫਿਰ ਇੱਕ ਦੂਜੇ ਨੂੰ ਕਹਿੰਦੇ ਹੈ ਤੈਨੂੰ ਮੈਂ ਕੋਰਟ 'ਚ ਦੇਖੂੰਗਾ, ਤੈਨੂੰ ਮੈਂ ਅਦਾਲਤ 'ਚ ਘੜੀਸੂੰਗਾ ਕਿ ਮੈਨੂੰ ਤਾਂ ਅਦਾਲਤ 'ਚੋਂ ਇਨਸਾਫ ਮਿਲੇਗਾ। ਕਿ ਵਾਕਈ ਸਾਡੀਆਂ ਅਦਾਲਤਾਂ ਜਾਂ ਨਿਆਂਪਾਲਕਾਂ ਦੀ ਕੁਰਸੀ ਤੇ ਬੈਠੇ ਜੱਜ ਸਾਹਿਬਾਨ ਫੈਸਲਾ ਦੇ ਪਾ ਰਹੇ ਨੇ? ਇਨਸਾਫ ਮਿਲਦਾ ਹੈ? ਕਿ ਅੱਜ ਵੀ ਇਨਸਾਫ ਦੀ ਉਹ ਦੇਵੀ ਜਿਹਦੀ ਅੱਖਾਂ ਤੇ ਕਾਲੀ ਪੱਟੀ ਬੰਨੀ ਹੁੰਦੀ ਹੈ, ਨਿਆਂ ਦੀ ਆਸ ਹੈਗੀ ਹੈ? ਜਾਂ ਇਹ ਸਭ, ਜੇ ਮੈਂ ਇੱਕ ਸ਼ਬਦ ਵਰਤਾਂ ਕਈਆਂ ਨੂੰ ਸ਼ਾਇਦ ਇਤਰਾਜ਼ ਹੋ ਜਾਏਗਾ, ਢਕੋਸਲਾ ਹੈ, ਡਰਾਮੇਬਾਜ਼ੀ ਹੈ? ਅਦਾਲਤਾਂ ਦੇ ਕੰਮਕਾਜ ਨੂੰ, ਜੱਜਾਂ ਨੂੰ ਬਹੁਤ ਬਾਰੀਕੀ ਤੋਂ, ਨੇੜੇ ਤੋਂ ਦੇਖਣ ਵਾਲੇ, ਪਰਖਣ ਵਾਲੇ ਪ੍ਰਦੀਪ ਸ਼ਰਮਾ ਸਾਡੇ ਨਾਲ ਮੌਜੂਦ ਨੇ। ਗੱਲ ਪ੍ਰਦੀਪ ਜੀ ਨਾਲ ਹੀ ਕਰਦੇ ਹਾਂ। ਸੋ ਸ਼ਰਮਾ ਜੀ, ਨਮਸਕਾਰ ਜੀ। ਕਿੰਨੇ ਕੁ ਸਹਿਮਤ ਹੋ ਮੇਰੀ ਇਸ ਗੱਲ ਤੋਂ ਕਿ ਬੰਦਾ ਜਦੋਂ ਕਹਿੰਦਾ ਇਨਸਾਫ ਨਹੀਂ ਕਿੱਥੋਂ ਮਿਲਦਾ, ਕਹਿੰਦਾ ਮੈਂ ਅਦਾਲਤ ਵਿੱਚ ਜਾਊਂਗਾ? ਸਾਡੀਆਂ ਅਦਾਲਤਾਂ ਇਨਸਾਫ? ਦੇਖੋ ਭਰਾ ਜੀ, ਸਾਨੂੰ 75 ਸਾਲ ਤੋਂ ਜ਼ਿਆਦਾ ਹੋ ਗਏ ਆਜ਼ਾਦੀ ਨੂੰ। ਅਸੀਂ ਅੰਗਰੇਜ਼ਾਂ ਦੇ ਖਿਲਾਫ 200 ਸਾਲ ਲੜੇ। ਹਰੇਕ ਕੋਰਟ ਦੇ ਵਿੱਚ ਮਹਾਤਮਾ ਗਾਂਧੀ, ਨਹਿਰੂ ਦੀ ਫੋਟੋਆਂ ਲੱਗੀਆਂ ਹੁੰਦੀਆਂ। ਜਿੰਨੀ IPS ਹੈ ਉੱਥੇ ਸਰਦਾਰ ਵੱਲਭ ਭਾਈ ਪਟੇਲ ਦੀ ਫੋਟੋਆਂ ਲੱਗੀਆਂ ਹੁੰਦੀਆਂ। ਕਿਸੇ ਜਗ੍ਹਾ ਡਾਕਟਰ ਰਜਿੰਦਰ ਪ੍ਰਸਾਦ ਦੀ ਲੱਗੀ ਹੁੰਦੀਆਂ, ਕਿਸੇ ਜਗ੍ਹਾ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲੱਗੀ ਹੁੰਦੀਆਂ। ਠੀਕ ਹੈ, ਉਹ ਫੋਟੋਆਂ ਕਿਉਂ ਲੱਗੀਆਂ? ਉਹ ਫੋਟੋਆਂ ਇਸ ਕਰਕੇ ਲੱਗੀਆਂ, ਦੇ ਆਰ ਬੇਸਿਕਲੀ ਆਵਰ ਰੋਲ ਮਾਡਲਸ। ਆਦਰਸ਼ ਨੇ ਸਾਡੇ, ਰੋਲ ਮਾਡਲਸ ਹੈ। ਬਿਲਕੁਲ ਠੀਕ ਹੈ। ਉਹਨਾਂ ਨੂੰ ਦੇਖ ਕੇ ਸਾਨੂੰ ਇੰਸਪੀਰੇਸ਼ਨ ਹੁੰਦੀ ਹੈ ਕਿ ਉਹਨਾਂ ਨੇ ਇੰਨਾ ਸਟਰਗਲ ਕੀਤਾ ਦੇਸ਼ ਦੀ ਆਜ਼ਾਦੀ ਨੂੰ, ਤੇ ਅਸੀਂ ਕੀ ਕਰ ਰਹੇ ਹਾਂ? ਅਸੀਂ ਕੁਝ ਨਹੀਂ ਕਰ ਰਹੇ। ਅੱਗੇ ਨਹੀਂ ਵਧਾ ਰਹੇ ਉਹਨਾਂ ਦੇ ਜੋ ਸੀਗੇ ਸੋਚ? ਨਹੀਂ ਵਧ ਰਹੀ। ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਦੇਸ਼ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਨਿਆਂ ਵਿਵਸਥਾ 'ਤੇ ਡਿਪੈਂਡ ਕਰਦੀ ਹੈ ਕਿ ਤੁਹਾਡੀ ਜੁਡੀਸ਼ੀਅਲ ਫਰਟਰਨਿਟੀ ਅਤੇ ਜਸਟਿਸ ਇੰਪਾਰਟਿੰਗ ਇੰਸਟੀਟਿਊਸ਼ਨ ਜਿਹੜੇ ਹੈ ਉਹ ਕਿੰਨੇ ਸਹੀ ਚੱਲਦੇ ਆ। ਅੱਜ ਕੱਲ੍ਹ ਮੈਂ ਤੁਹਾਨੂੰ ਓਪਨਲੀ ਕਹਿੰਦਾ, ਅੱਜ ਕੱਲ੍ਹ
subordinate courts ਹੋਣ, high courts ਹੋਣ, 99.9% they are corrupts. ਇੰਨਾ ਠੋਕ ਕੇ ਇੰਨੇ ਕਰੜੇ ਸ਼ਬਦ ਤੁਸੀਂ ਵਰਤ ਰਹੇ ਹੋ, ਆਧਾਰ ਕੀ ਹੈ? ਆਧਾਰ ਬੇਸਿਸ ਇਹ ਹੈ, ਦੇਖੋ ਜੀ, ਮੇਰੇ ਵੀ ਇੱਕ ਰੋਲ ਮਾਡਲ ਰਹੇ ਹੈ ਚੀਫ ਜਸਟਿਸ BK ਰॉय, ਜਿਹੜੇ ਪੰਜਾਬ ਰਣਾ ਹਾਈ ਕੋਰਟ ਸੀਗੇ। ਉਹ ਮੈਨੂੰ ਹਮੇਸ਼ਾ ਆਪਣਾ ਬੇਟਾ ਮੰਨਦੇ ਸੀਗੇ। ਮੈਂ ਕਿਹੜੇ ਸਾਲ ਦੀ ਗੱਲ ਹੈ ਜਦੋਂ ਚੀਫ ਜਸਟਿਸ ਹੁੰਦੇ ਸੀ? 2004 ਚ ਸੀਗੇ ਜੀ, 2003 2004 ਚ। ਠੀਕ ਹੈ ਜੀ। ਤੇ ਉਹਨਾਂ ਦੀ ਹੁਣ ਪਿੱਛੇ ਡੈਥ ਵੀ ਹੋ ਗਈ ਸੀ 16 ਜੁਲਾਈ ਨੂੰ। ਜੀ। ਤੇ ਉਹਨਾਂ ਦੇ ਸਨ ਇਨ ਲਾਅ ਰਵੀ ਰੰਜਨ ਵੀ ਇੱਥੇ ਆਏ ਸੀਗੇ ਜੀ। ਐਜ਼ ਏ, ਫਿਰ ਉਹ ਝਾਰਖੰਡ ਕੋਰਟ ਚ ਟ੍ਰਾਂਸਫਰ ਹੋ ਗਏ ਸੀਗੇ ਇੱਥੋਂ। ਜੀ। ਉਹ ਇੰਨੇ ਮਤਲਬ ਸਿੰਸੀਅਰ ਓਨੈਸਟ ਚੀਫ ਜਸਟਿਸ ਸੀਗੇ ਪੰਜਾਬ ਰਨ ਹਾਈ ਕੋਰਟ ਦੇ, ਕਿ ਹਰੇਕ ਬੰਦਾ, ਕੋਈ ਵੀ ਅਗਰ ਮੈਂ ਕੋਈ ਕ੍ਰੂਕਡ ਇੰਟੈਂਸ਼ਨ ਲੈ ਕੇ ਜਾ ਰਿਹਾ, ਕੋਈ IAS IPS ਅਫਸਰ, ਅਗਰ ਉਹਦੇ ਦਿਮਾਗ 'ਚ ਥੋੜ੍ਹਾ ਜਿਹਾ ਵਹਿਮ ਹੈ ਨਾ ਕਿ ਮੇਰੇ ਤੋਂ ਗਲਤੀ ਹੋਈ ਹੈ, ਉਹ BK ਰॉय ਉਹਦੀ ਅੱਖਾਂ 'ਚ ਦੇਖ ਲੈਂਦੇ ਸੀਗੇ। ਹੀ ਵਾਜ਼ ਸੱਚ ਏ ਵਿਜ਼ਨਰੀ। ਅੱਛਾ। ਕਿਉਂਕਿ ਮੈਂ ਉਹਨਾਂ ਨਾਲ ਬੜੇ ਸਾਲ ਰਿਹਾ। ਮੇਰਾ ਐਕਚੁਅਲੀ ਕੋਈ ਜ਼ਿਆਦਾ ਨਹੀਂ ਸੀਗਾ ਉਹਨਾਂ ਨਾਲ। ਅਸੀਂ ਕਿਸੇ ਫੈਮਿਲੀ ਗੈਟ ਟੂਗੈਦਰ 'ਚ ਮਿਲੇ ਸੀ ਅਤੇ ਮੇਰੀ ਪਿੱਠ ਸੀਗੀ ਅਤੇ ਉਹ ਵੀ ਖੜ੍ਹੇ ਸੀਗੇ। ਅਤੇ ਮੈਂ ਕਿਉਂਕਿ ਬੜਾ ਵੋਕਲ ਹਾਂ ਜੁਡੀਸ਼ਰੀ ਦੇ ਅਗੇਂਸਟ, ਕਿਉਂਕਿ ਇੰਨਾ ਬਰਦਾਸ਼ਤ ਨਹੀਂ ਹੁੰਦਾ। ਮੈਂ ਕਿ ਮੱਖੀ ਨਹੀਂ ਖਾਈ ਜਾ ਰਹੀ, ਨਹੀਂ ਜਾਂਦੀ। ਕਿਉਂਕਿ ਦੇਖੋ ਇੰਨਾ ਡੇ ਬਾਈ ਡੇ ਸਿਸਟਮ ਰੋਟਨ ਹੋਈ ਜਾ ਰਿਹਾ ਜੁਡੀਸ਼ਰੀ ਸਿਸਟਮ, ਔਰ ਲੋਕ ਨਾ ਅੱਖਾਂ ਬੈਠ ਕੇ ਅੱਖਾਂ ਖੋਲ੍ਹ ਕੇ ਬੈਠੇ ਹੈ, ਆਪਣੇ ਨਾ ਮੂੰਹ ਸਿਲ ਕੀਤੇ ਹੋਏ ਉਹਨਾਂ ਨੇ। ਤੁਸੀਂ ਜਦ ਤੱਕ ਐਕਸਪ੍ਰੈਸ਼ਨ ਆਫ ਆਪਣਾ ਰਾਈਟ, ਐਕਸਪ੍ਰੈਸ਼ਨ ਆਫ ਸਪੀਚ ਨਹੀਂ ਯੂਜ਼ ਕਰੋਗੇ, ਤੁਸੀਂ ਜ਼ਿਆਦਾ ਦੋਸ਼ੀ ਹੋ। ਉਹ ਦੋਸ਼ੀ ਨਹੀਂ ਹੈ ਜਿਹੜਾ ਨਿਆਂ ਦੀ ਸੀਟ ਤੇ ਬੈਠਿਆ। ਭ੍ਰਿਸ਼ਟਾਚਾਰ ਵਧਾ ਰਹੇ ਹੋ ਮਤਲਬ ਫਿਰ ਤਾਂ। ਯੈਸ, ਯੂ ਆਰ ਇਨਕਰੇਜਿੰਗ ਕਰਪਸ਼ਨ ਇਨ ਜੁਡੀਸ਼ਰੀ। ਦੈਟਸ ਵਾਟ ਆਈ ਐਮ ਸੇਇੰਗ। ਦੈਟਸ ਵਾਈ ਆਈ ਐਮ ਫਾਈਟਿੰਗ ਅਗੇਂਸਟ ਲੋਅਰ ਜੁਡੀਸ਼ਰੀ ਐਂਡ ਹਾਇਰ ਜੁਡੀਸ਼ਰੀ। ਕਿ ਤਮਾਸ਼ਾ ਕੀ ਹੈ? ਤੁਸੀਂ ਜਾਂ ਤਾਂ ਆਪਣੇ ਘਰ ਬੈਠ ਜਾਓ, ਤੁਹਾਨੂੰ ਕਿਸੇ ਨੇ ਇਨਵਾਈਟ ਤਾਂ ਕੀਤਾ ਨਹੀਂ ਕਿ ਤੁਸੀਂ ਜੱਜ ਬਣੋ। ਅਗਰ ਜੱਜ ਤਾਂ ਕਿਹਾ ਨਹੀਂ ਵੀ ਤੁਹਾਨੂੰ ਜੱਜ ਬਣਨਾ ਜ਼ਰੂਰੀ ਹੈ ਜਿਉਣ ਦੇ ਲਈ। ਜ਼ਰੂਰੀ ਨਹੀਂ ਹੈ, ਤੁਸੀਂ ਸਾਡੇ ਮੰਗਣ ਘਰ ਬੈਠੋ। ਤੁਹਾਨੂੰ ਕਿੰਨੇ ਬੁਲਾਇਆ? ਤੁਸੀਂ ਅਗਰ ਜੱਜ ਬੈਠੇ ਹੋ, ਹਰੇਕ ਆਦਮੀ, ਇੱਕ ਗਰੀਬ ਤੋਂ ਲੈ ਕੇ ਅਮੀਰ ਤੱਕ, ਹਰੇਕ ਬੰਦਾ ਕਹਿੰਦਾ ਮੈਂ ਤੈਨੂੰ ਕੋਰਟ 'ਚ ਦੇਖ ਲਾਂਗਾ। ਇਹਦਾ ਮਤਲਬ ਕੀ ਹੈ? ਉਹਨੂੰ ਕੋਰਟ ਦੇ ਨਿਆਂ ਦੇ ਵਿੱਚ ਵਿਸ਼ਵਾਸ ਹੈ, ਭਰੋਸਾ ਹੈ। ਕੋਈ ਵੀ ਲੜਾਈ ਦਾ ਐਂਡ ਕੋਰਟ ਦੇ ਵਿੱਚ ਐਂਡ ਹੁੰਦਾ ਹੈ। ਕੋਈ ਵੀ ਪੁਲਿਸ ਮੈਟਰ ਕੋਰਟ 'ਚ ਐਂਡ ਹੁੰਦਾ ਹੈ। ਠੀਕ ਹੈ ਜੀ। ਹੁਣ ਹਰੇਕ ਬੰਦਾ, ਸਾਡੇ 150 ਕਰੋੜ ਪੋਪੂਲੇਸ਼ਨ ਹੋ ਗਈ ਹੈ। ਠੀਕ ਹੈ। ਕਿੰਨੀਆਂ ਸਾਡੀਆਂ 59 ਤੋਂ ਵੀ ਜ਼ਿਆਦਾ ਸਟੇਟਾਂ, ਕਿੰਨੀ ਯੂਨਿਟ ਟੈਰੀਟਰੀ ਹੈ, ਸਾਰੀ ਜਗ੍ਹਾ ਹਾਈ ਕੋਰਟ ਹੈ। ਔਰ ਹੁਣ ਤੁਸੀਂ ਪੜ੍ਹਿਆ ਹੋਣਾ ਹੈ ਕਿ ਕੋਲੀਜੀਅਮ ਦਾ ਅਤੇ ਗਵਰਨਮੈਂਟ ਨਾਲ ਕਿਵੇਂ ਕਨਫੈਡਰੇਸ਼ਨ ਚੱਲ ਰਹੀ ਹੈ। ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ। ਅੱਜ ਵੀ ਉਹ ਮੇਰੇ ਗੁਰੂ ਹੀ ਹੈ ਪ੍ਰਸ਼ਾਂਤ ਭੂਸ਼ਣ, ਉਹਨਾਂ ਨੇ ਕਿਹਾ ਕਿ ਜੀ ਕੋਲੀਜੀਅਮ ਟਰਾਂਸਪੇਰੈਂਟ ਹੈ। ਲੇਕਿਨ ਪ੍ਰਸ਼ਾਂਤ ਭੂਸ਼ਣ ਹੈਜ਼ ਲਿਵਡ ਹਿਜ਼ ਏਜ। ਉਹਨਾਂ ਦੇ ਫਾਦਰ ਵੀ ਬੜੇ ਸੀਨੀਅਰ ਲਾਇਰ ਰਹੇ ਹੈ, ਸ਼ਾਂਤੀ ਭੂਸ਼ਣ। ਉਹ ਮੇਰੇ ਮਤਲਬ ਆਈਡਲ ਹੈ ਮੇਰੇ, ਸ਼ਾਂਤੀ ਭੂਸ਼ਣ ਦੀ। ਪ੍ਰਸ਼ਾਂਤ ਭੂਸ਼ਣ ਲਾਈਕ ਏ ਬ੍ਰਦਰ ਟੂ ਮੀ। ਅਸੀਂ 2-3 ਵਾਰ ਮਿਲੇ ਹਾਂ ਸੁਪਰੀਮ ਕੋਰਟ। ਬਾਕੀ ਮੇਰੀ ਤਕਰੀਬਨ ਕਿਸੇ ਬੰਦੇ ਨਾਲ ਬਣਦੀ ਨਹੀਂ ਇੰਨੀ ਆਸਾਨੀ ਨਾਲ। ਸਾਰਿਆਂ ਨਾਲ ਹੀ 751? ਸਾਰਿਆਂ ਨਾਲ 157। ਠੀਕ ਹੈ। ਜ਼ਰੂਰੀ ਪਈ ਤਾਂ 302 ਵੀ ਲੱਗ ਜਾਏਗੀ ਕਿਸੇ ਦਿਨ। ਅੱਛਾ। ਹਾਂਜੀ, ਇਹ ਜਿਹੇ ਹਾਲਾਤ ਬਣੇ ਹੋਏ ਨੇ। ਹਾਲਾਤ ਬਣੇ ਹੋਏ ਹੈ। 307 ਵੀ ਲੱਗ ਸਕਦੀ ਹੈ। ਕੋਈ ਇਟਸ ਨਾਟ ਏ ਬਿਗ ਡੀਲ, ਆਈ ਟੈਲ ਯੂ। 304 ਵੀ? 304 ਵੀ ਲੱਗ ਜਾਏਗੀ, ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ। ਕਿਉਂਕਿ ਮੈਂ ਇੰਨਾ ਦੇਖ ਰਿਹਾ ਕਿ ਇੰਨਾ ਫੋਲਿੰਗ ਸਟੈਂਡਰਡ ਹੋਈ ਜਾ ਰਿਹਾ ਜੁਡੀਸ਼ਰੀ ਦਾ ਡੇ ਬਾਈ ਡੇ। ਪਹਿਲੀ ਗੱਲ ਤਾਂ ਇਹ ਹੈ ਕਿ ਇੰਡੀਆ ਦੇ ਵਿੱਚ, ਚਾਹੇ ਉਹ ਪ੍ਰਾਈਮ ਮਿਨਿਸਟਰ ਮੋਦੀ ਜੀ ਹੋਣ, ਚਾਹੇ ਜਿਹੜਾ ਮਰਜ਼ੀ ਹੋਏ, ਇੰਡੀਆ ਦੇ ਵਿੱਚ 2 ਚੀਜ਼ਾਂ ਬੜੀ ਇੰਪੋਰਟੈਂਟ ਹੈ: ਜੁਡੀਸ਼ੀਅਲ ਅਕਾਊਂਟੇਬਿਲਟੀ ਬਿੱਲ, ਜੱਜਿਸ ਐਸੈਟਸ ਐਂਡ ਪ੍ਰਾਪਰਟੀ ਬਿੱਲ, ਔਰ ਇੱਕ ਐਡਵੋਕੇਟ ਦੀ ਜਿਹੜੀ ਹੈਗੀ ਹੈ ਸਰਵਿਸਿਜ਼, ਉਹ ਰੈਗੂਲੇਟ ਹੋਣੀ ਚਾਹੀਦੀ ਹੈ। ਬਹੁਤ ਜ਼ਰੂਰੀ ਹੈ ਜੁਡੀਸ਼ੀਅਲ ਅਕਾਊਂਟੇਬਿਲਟੀ। ਕਿਉਂ ਮੈਂ ਕਹਿ ਰਿਹਾ? ਤੁਸੀਂ ਅਮਰੀਕਾ, ਕੈਨੇਡਾ, ਕਿਸੇ ਵੀ ਜਗ੍ਹਾ ਚਲੇ ਜਾਓ ਜੀ, ਉੱਥੇ ਕੋਈ ਵੀ ਜੱਜ ਸੁਪਰੀਮ ਕੋਰਟ ਦਾ, ਹਾਈ ਕੋਰਟ ਦਾ, ਕਿਸੇ ਵੀ ਜਗ੍ਹਾ ਸੈਕਸ਼ੂਅਲ ਹਰੈਸਮੈਂਟ 'ਚ ਕਿਸੇ 'ਚ ਫੜ ਜਾਏ, 1 ਮਿੰਟ 'ਚ ਕੰਨ ਫੜ ਕੇ ਚੀਫ ਜਸਟਿਸ ਨੂੰ ਥੱਲੇ ਉਤਾਰ ਦਿੰਦੇ ਆ, ਜਾਂ ਉਹ ਮੋਰਲ ਗਰਾਊਂਡ 'ਤੇ ਰਿਜ਼ਾਈਨ ਕਰ ਜਾਂਦਾ। ਇਨਕੁਆਇਰੀ ਬਾਅਦ ਦੀ ਗੱਲ ਹੈ। ਇਨਕੁਆਇਰੀ ਤਾਂ ਭਰਾ ਜੀ ਖਤਮ। ਦੋਸ਼ ਲੱਗਣ ਦੀ ਗੱਲ ਹੈ ਸਿਰਫ। ਦੋਸ਼ ਕਿਸੇ, ਅਗਰ ਲੇਡੀ ਨੇ ਕਹਿਤਾ ਕਿ ਜੱਜ ਨੇ ਮੈਨੂੰ ਕਿਹਾ ਕਿ ਆਈ ਵਾਂਟ ਟੂ ਹੈਵ ਏ ਸੈਕਸ਼ੂਅਲ ਰਿਲੇਸ਼ਨਸ਼ਿਪ ਵਿਦ ਯੂ, ਯੂ ਕਮ ਐਂਡ ਜੁਆਇਨ ਮੀ ਟੂ ਨਾਈਟ, ਇੰਨਾ ਕਹਿਣ 'ਤੇ ਹੀ ਅਗਰ ਉਹ ਲੇਡੀ ਨੇ ਜਾ ਕੇ ਉੱਥੇ, ਸਾਡੇ ਇੱਥੇ ਐਫੀਡੈਵਿਟ ਨਹੀਂ ਹੁੰਦਾ, ਅਤੇ ਹੁਣ ਉੱਥੇ ਕੀ ਹੈ, USA 'ਚ ਲੇਡੀ ਕਿਸੇ ਵੀ ਕੋਰਟ 'ਚ ਜਾ ਕੇ ਔਨ ਓਥ ਕਹੇਗੀ ਕਿ ਦਿਸ ਰਿਪਬਲਿਕਨ ਸੈਨੇਟਰ, ਦਿਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਔਰ ਦਿਸ ਵੈਟ, ਠੀਕ ਹੈ, ਕਿ ਮੈਨੂੰ ਹੀ ਟਰਾਈ ਟੂ ਲਿਊਰ ਮੀ ਇਨ ਏ ਟਰੈਪ ਟੂ ਸੀਕ ਸੈਕਸ਼ੂਅਲ ਫੇਵਰਸ ਇਨ ਦਿਸ ਐਂਡ ਦੈਟ।
ਉਹਦੇ 'ਚ ਕੀ ਦੇ ਟੇਕ ਕੌਨਜੀਨੈਂਸ ਆਫ ਅਫੈਂਸ, ਉਹਨੂੰ ਬੁਲਾਉਂਦੇ ਆ ਬੰਦੇ ਨੂੰ, ਉਹਦਾ ਇੱਕ ਸਾਹਮਣੇ ਜੱਜ ਬੈਠਾ ਹੁੰਦਾ, ਉਹਦੀ ਸਟੇਟਮੈਂਟ ਲੈਂਦੇ ਆ। ਉਸ ਤੋਂ ਬਾਅਦ ਅਗਰ ਉਹ ਇਫ ਹੀ ਫਾਊਂਡ ਪ੍ਰਾਈਮਾ ਫੇਸੀ ਗਿਲਟੀ, ਉਹਨੂੰ ਕਹਿੰਦੇ ਆ ਵੀ ਜਾਂ ਤਾਂ ਮੋਰਲ ਗਰਾਊਂਡ ਤੇ ਤੂੰ ਰਿਜ਼ਾਈਨ ਕਰ ਦੇ, ਅਦਰਵਾਈਜ਼ ਉਹ ਫੇਸ ਦਾ ਕੌਨਸੀਕੁਐਂਸਿਸ। ਇੱਥੇ ਕੀ ਹੈ, ਇੱਥੇ ਮੈਂ ਆਈ ਕੈਨ ਗਿਵ ਯੂ ਸੋ ਮੈਨੀ ਐਗਜ਼ਾਮਪਲਸ ਕਿ ਇੱਥੇ ਸ਼ਿਕਾਇਤ ਕਰਤੇ ਹੀ ਸਸਪੈਂਡ ਹੋ ਜਾਂਦਾ ਪਹਿਲੀ ਗੱਲ ਤਾਂ। ਇੱਥੇ ਕੁਝ ਨਹੀਂ ਹੁੰਦਾ ਜੀ, ਇੱਥੇ ਕੁਝ ਨਹੀਂ ਹੁੰਦਾ। ਇੱਥੇ ਸਾਰਾ ਕੋਰਟਾਂ 'ਚ ਡਰਾਮਾ ਹੁੰਦਾ। ਇੱਕ ਐਫੀਡੇਵਿਟ ਲਿਆਓ ਜੀ। ਐਫੀਡੇਵਿਟ ਕੀ ਹੈ? ਟਾਇਲਟ ਪੇਪਰ, 50 ਰੁਪਏ ਦਾ ਕਾਗਜ਼, 50 ਰੁਪਏ ਦਾ ਟਾਇਲਟ ਪੇਪਰ, ਸੱਤੇ ਮੈਂ ਜੈਤੇ ਉਹਦੇ ਤੇ, ਮੇਰਾ ਦੇਸ਼ ਮਹਾਨ, 100 में से 99 ਬੇਈਮਾਨ। ਠੀਕ ਹੈ, ਉਹ ਸਾਡਾ ਜਿਹੜਾ ਸ਼ੇਰ ਹੈ ਐਂਬਲਮ ਬਣਿਆ ਹੋਇਆ, ਉਹ 3 ਸ਼ੇਰ ਨਜ਼ਰ ਆਉਂਦੇ ਆ। ਜਿਹੜਾ ਚੌਥਾ ਸ਼ੇਰ ਆ ਉਹ ਕਿਉਂ ਨਹੀਂ ਨਜ਼ਰ ਆਉਂਦਾ? ਕਦੀ ਅੱਜ ਤੱਕ ਕਿਸੇ ਨੇ ਡਿਬੇਟ ਕੀਤਾ ਪਬਲਿਕ ਨੇ? ਉਹ ਕਹਿੰਦੇ ਜੀ ਉਹ ਘੁੰਮਿਆ ਹੁੰਦਾ ਜੀ, ਦੂਜੇ ਪਾਸੇ ਹੁੰਦੀ, ਫੋਟੋ 'ਚ ਨਹੀਂ ਆਉਂਦਾ। ਉਹ ਚੌਥਾ ਸ਼ੇਰ ਮੈਂ ਆ ਭਰਾ ਜੀ, ਮੈਨੂੰ ਲੋਕ ਨਜ਼ਰ ਨਹੀਂ ਆਉਂਦੇ। I am India, I am part of that 150 ਕਰੋੜ ਪੋਪੂਲੇਸ਼ਨ, ਜਿਹੜਾ ਉਹ ਚੌਥਾ ਸ਼ੇਰ ਹੈ। ਠੀਕ ਹੈ, ਤੁਸੀਂ ਜੁਡੀਸ਼ਰੀ ਦੇਖਦੇ ਹੋ, ਐਗਜ਼ੈਕਟਿਵ ਦੇਖਦੇ ਹੋ, ਪੋਲੀਟੀਸ਼ੀਅਨ ਦੇਖਦੇ ਹੋ, ਜਿਹੜੀ ਪਬਲਿਕ ਉਹ ਤਿੰਨ ਨੂੰ ਰਿਫਲੈਕਟ ਕਰਦੀ ਹੈ, ਉਹ ਕਿੱਥੇ ਜਾਂਦੀ ਹੈ? ਉਹ ਨਹੀਂ ਨਜ਼ਰ ਆਉਂਦੀ। ਜਿਹੜਾ ਚੌਥਾ ਸ਼ੇਰ ਹੈ, ਇਹ ਤਿੰਨੋਂ ਚੀਜ਼ਾਂ ਨੇ ਤੁਸੀਂ ਨਾਮ ਲਏ, ਗਾਇਬ ਕਰ ਦਿੰਦੇ ਉਹਨੂੰ। ਉਹ ਪਬਲਿਕ ਸਰਵੈਂਟ ਨੇ ਇਹਦੇ। ਹਾਂਜੀ, ਵੀ ਇਲੈਕਟ ਦਾ ਗਵਰਨਮੈਂਟ, ਬਿਲਕੁਲ, ਗਵਰਨਮੈਂਟ ਨੋਮੀਨੇਟ ਜੱਜਿਸ, ਬਿਲਕੁਲ, ਬਟ ਵਾਈ ਦੇ ਬ੍ਰਿੰਗ ਕਰਪਸ਼ਨ ਇਨ ਜੁਡੀਸ਼ਰੀ। ਮੈਂ ਇੰਨੇ ਸਾਲਾਂ ਤੋਂ ਜੁਡੀਸ਼ਰੀ ਨੂੰ ਦੇਖ ਰਿਹਾ, ਪੰਜਾਬ ਹਰਿਆਣਾ ਹਾਈ ਕੋਰਟ ਤੋਂ ਸਿੰਸ ਚੀਫ ਜਸਟਿਸ ਬੀਕੇ ਰੋਏ ਦੇ ਟਾਈਮ ਦੇਖ ਰਿਹਾ ਮੈਂ ਕੀ ਚੱਲ ਰਿਹਾ ਸਿਸਟਮ। ਇੱਕ ਰੇਸ ਅਗੇਂਸਟ ਦਾ ਟਾਈਮ ਚੱਲ ਰਿਹਾ। ਕਾਂਗਰਸ ਆਂਦੀ ਹੈ, ਉਹ ਆਪਣੇ ਕੰਟਰੋਲ ਕਰਦੀ ਹੈ ਜੁਡੀਸ਼ਰੀ ਨੂੰ। ਸੁਪਰੀਮ ਕੋਰਟ 'ਚ ਮੈਕਸਿਮਮ ਜੱਜ ਲੈ ਕੇ ਆਉਂਦੇ ਆ। ਅਸੀਂ ਇੰਡੀਆ ਦੇ ਲੋਕ ਬਹੁਤ ਬੇਵਕੂਫ ਹਾਂ, ਸਾਨੂੰ ਨਹੀਂ ਸਮਝ ਆਉਂਦੀ। ਅਸੀਂ ਸਵੇਰੇ ਦਾਲ ਰੋਟੀ ਖਾ ਲਈ ਤੇ ਸ਼ਾਮ ਨੂੰ ਦਾਲ ਰੋਟੀ ਖਾ ਕੇ ਸੋ ਗਏ। ਨਾ ਅਸੀਂ ਟੀਵੀ ਦੇਖਦੇ ਹਾਂ, ਨਾ ਕਿਸੇ ਡਿਬੇਟ ਜਾਂਦੇ ਹੋ। ਤੁਹਾਡੇ ਖਿਲਾਫ ਅਗਰ ਪਰਚਾ ਹੋ ਗਿਆ ਤੇ ਮੱਦੂ ਬਣ ਕੇ ਕੋਰਟਾਂ 'ਚ ਖੜੇ ਹੋ ਜਾਂਦੇ ਆ। ਉਹ ਕਾਲੇ ਚਿੱਟੇ ਕੋਟ ਵਾਲੇ ਵਕੀਲ ਛੱਡੋ, ਜੱਜ ਛੱਡੋ, ਵਕੀਲ ਦਾ ਮੁੰਸ਼ੀ ਉਹ ਗੇੜੇ ਪਵਾ ਦਿੰਦਾ ਜਿਹਨੂੰ ਪਤਾ ਨਹੀਂ। ਠੀਕ ਹੈ, ਇੱਥੇ ਕਾਗਜ਼ ਸਾਈਨ ਕਰੋ, ਇੱਥੇ ਕਾਗਜ਼ ਸਾਈਨ ਕਰੋ, ਉਸ ਤੋਂ ਬਾਅਦ ਤੁਹਾਡੀ ਬੇਲ ਹੁੰਦੀ ਹੈ, ਤਾਰੀਖ ਪੇ ਤਾਰੀਖ, ਬਿਲਕੁਲ, ਤਾਰੀਖ ਪੇ ਤਾਰੀਖ। ਠੀਕ ਹੈ, ਕਿੰਨਾ ਮਤਲਬ ਸਿਸਟਮ ਐਸਾ ਹੈਗਾ ਕਿ ਸਭ ਤੋਂ ਪਹਿਲੇ ਪੁਲਿਸ ਜਿਹੜੀ ਹੈ, ਕੋਈ ਵੀ ਜੱਜ ਪੁਲਿਸ ਦੀ ਅਕਾਊਂਟੇਬਿਲਿਟੀ ਫਿਕਸ ਨਹੀਂ ਕਰਦਾ। ਇਫ ਆਈ ਐਮ ਏ ਜੱਜ, ਪ੍ਰਾਇਮਰੀ ਗਰਾਊਂਡ ਤੇ ਮੈਂ ਕੋਈ ਵੀ ਕ੍ਰਿਮੀਨਲ ਮੈਟਰ ਹੈ, ਮੈਨੂੰ ਇੰਨਾ ਸਾਲ ਹੋ ਗਏ ਸਿਸਟਮ 'ਚ, ਮੈਂ ਪਹਿਲੇ ਦੇਖਾਂਗਾ ਕਿ ਮੈਟਰ ਕੀ ਹੈ। ਮੈਂ ਜਿਹੜਾ ਕੇਸ ਦਾ ਆਈਓ ਹੈ ਉਹਦੀ ਔਨ ਓਥ ਸਟੇਟਮੈਂਟ ਲਾਂਗਾ। ਲੈਟਸ ਚੇਂਜ ਦਾ ਲਾਅ। ਕੋਈ ਵੀ ਕ੍ਰਿਮੀਨਲ ਕੇਸ NDPS 304 302, ਤੁਸੀਂ ਹਰੇਕ ਜੱਜ ਨੂੰ ਚਾਹੀਦਾ ਕਿ ਮੈਂ ਨਹੀਂ ਡੀਲ ਕਰਨਾ ਮੈਟਰ ਨੂੰ। ਸੈਸ਼ਨ ਜੱਜ ਵੀ ਹੋਏ, ਸਾਰੇ ਜੁਡੀਸ਼ਰੀ ਦੇ ਇੱਕ ਰੈਜ਼ੋਲੂਸ਼ਨ ਪਾਸ ਕਰੋ ਕਿ ਜਿਹੜਾ ਆਈਓ ਹੈ ਕੇਸ ਦਾ, ਉਹ ਇੱਕ ਐਫੀਡੇਵਿਟ ਦੇ ਔਨ ਓਥ ਸਟੇਟਮੈਂਟ ਕਿ ਮੈਂ ਪੂਰੀ ਇਨਵੈਸਟੀਗੇਸ਼ਨ ਰਾਈਟ ਫਰਮ ਟੌਪ ਟੂ ਬਾਟਮ ਐਥਿਕਲੀ ਕੀਤੀ ਹੈ। ਇਹਦੇ 'ਚ ਕਿਸੇ ਵੀ ਜਗ੍ਹਾ ਕੋਈ ਇਕੁਇਟਲ ਹੁੰਦੀ ਹੈ ਜਾਂ ਕੋਈ ਵੀ ਗ੍ਰਾਮੈਟੀਕਲ ਜਾਂ ਕੋਈ ਮਿਸਟੇਕ ਹੁੰਦੀ ਹੈ, ਆਈ ਸ਼ੁੱਡ ਬੀ ਹੋਲਡ ਰਿਸਪੌਂਸਿਬਲ। ਮੇਰੇ ਸ਼ਰਮਾ ਜੀ, ਜੈਨ 'ਚ ਜਦੋਂ ਤੁਸੀਂ ਗੱਲ ਕਰ ਰਹੇ ਸੀ ਜੱਜ ਕਵੇ ਮੈਂ ਨਹੀਂ ਡੀਲ ਕਰਦਾ, ਇੱਕ ਸਾਡੇ ਇੱਕ ਇਹ ਵੀ ਸਿਸਟਮ ਚੱਲਿਆ ਆ ਰਿਹਾ, ਜਦੋਂ ਕੋਈ VIP ਹੁੰਦਾ ਹੈ, VVIP ਹੁੰਦਾ ਹੈ, ਕੋਈ ਟੌਪ ਆਫ ਦਾ ਬਿਊਰੋਕਰੇਟ ਹੈ, ਕੋਈ ਪੋਲੀਟੀਸ਼ੀਅਨ ਹੈ, ਉਹਦੇ ਅਗੇਂਸਟ ਜਦੋਂ ਕੋਈ ਕੇਸ ਚੱਲਾ ਜਾਂਦਾ ਕੋਰਟ 'ਚ, ਤਾਂ ਕੋਈ ਨਾ ਇੱਕ ਅਜਿਹਾ ਜੱਜ ਉੱਠ ਕੇ ਆ ਜਾਂਦਾ, ਉਹ ਕਹਿੰਦਾ ਜੀ ਮੈਂ ਇਸ ਕੇਸ ਨਾਲ ਡੀਲ ਨਹੀਂ ਕਰ ਸਕਦਾ ਜੀ, ਉਹ ਪਿੱਛੇ ਹਟ ਜਾਂਦਾ। ਲੱਗਦਾ ਨਹੀਂ ਤੁਹਾਨੂੰ ਉਹਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ, ਉਹ ਪਿੱਛੇ ਕਿਉਂ ਹਟ ਰਿਹਾ? ਦੇਖੋ ਜੀ, ਮੈਂ ਤੁਹਾਨੂੰ ਦੱਸਦਾ, ਹੁਣ ਮੈਂ ਅੱਜ ਹਾਈ ਕੋਰਟ ਗਿਆ ਹੋਇਆ ਸੀਗਾ। ਸਾਡੇ ਸਰਵਸ਼੍ਰੀ ਪੰਡਤ ਸੂਰਿਆਕਾਂਤ ਸ਼ਰਮਾ ਜੀ ਹੈ, ਜਿਹੜੇ ਬੜੇ ਮੋਸਟ ਨੋਬਲ ਸਿੰਸੀਅਰ ਓਨੈਸਟ ਜੱਜ ਹੈ, ਅੱਜ ਕੱਲ੍ਹ ਸੁਪਰੀਮ ਕੋਰਟ ਹੈ। ਉਹਨਾਂ ਨੇ 2013 'ਚ ਇੱਕ ਸ਼ਸ਼ੀਕਾਂਤ ਦੇ ਨਾਮ ਦੇ ਉੱਤੇ ਸੂਓ ਮੋਟਰ ਲੈ ਕੇ ਇੱਕ SIT ਬਣਾਈ ਸੀ ਭੋਲਾ ਡਰੱਗ ਦੇ ਵਿੱਚ। IPS ਸ਼ਸ਼ੀਕਾਂਤ ਦੀ ਗੱਲ ਕਰ ਰਹੇ ਹੋ? ਹਾਂਜੀ ਹਾਂਜੀ, ਰਿਟਾਇਰ ਹੋ ਗਏ ਹੈ। ਉਹਦੇ 'ਚ ਹਾਈ ਕੋਰਟ ਨੇ ਕੋਰਟ ਆਫ ਇਟਸ ਓਨ ਮੋਸ਼ਨ ਲਿੱਤਾ ਸੀਗੀ। ਉਹਦੇ 'ਚ ਸਿਧਾਰਥ ਚੱਟੋਪਾਧਿਆਏ ਜਿਹੜੇ DGP ਸੀਗੇ ਤੇ ਹਰਪ੍ਰੀਤ ਸਿੱਧੂ ਨੂੰ ਉਹਨੇ ਅਪਾਇੰਟ ਕਰਤਾ। 2013 ਦੇ ਵਿੱਚ ਇਹ ਬਣੀ। 2017 ਤੱਕ ਸਿਧਾਰਥ ਚੱਟੋਪਾਧਿਆਏ ਤੇ ਹਰਪ੍ਰੀਤ ਨੇ ਸੀਲਡ ਐਨਵਲਪ ਸਬਮਿਟ ਕਰਾਤੇ ਜੀ। ਓਕੇ, ਹੁਣ ਉਹਦੇ 'ਚ ਉਹ ਬੰਦਿਆਂ ਦੇ ਨਾਮ ਹੈ ਜਿਹੜੇ ਕਿ 5000 ਤੋਂ ਲੈ ਕੇ 20,000 ਕਰੋੜ ਦੇ ਡਰੱਗ ਕਾਰੋਬਾਰ 'ਚ ਇਨਵੋਲਵ ਹੈ, ਜਿਹਦੇ 'ਚ ਪੋਲੀਟੀਸ਼ੀਅਨ, ਸੀਨੀਅਰ ਪੁਲਿਸ ਅਫਸਰ ਤੇ ਡਰੱਗ ਸਮਗਲਰ ਦਾ ਨਾਮ ਹੈ। ਠੀਕ ਹੈ, ਜਿਹੜੇ ਕਿ ਸਾਡੇ ਪੰਜਾਬ ਦੀ ਜਵਾਨੀ ਨੂੰ ਤਹਿਸ ਨਹਿਸ ਕਰ ਚੁੱਕੇ ਹੈ। ਬਾਰਡਰ ਏਰੀਆ 'ਚ ਤਾਂ ਤੁਹਾਨੂੰ ਨੈਕਸਟ 10 ਈਅਰਸ, ਮੈਂ ਪੰਜਾਬ ਦੀ ਪਬਲਿਕ ਨੂੰ ਕਹਿੰਦਾ, ਨੈਕਸਟ 10 ਈਅਰਸ 'ਚ ਤੁਹਾਨੂੰ ਬੁੜੇ ਨਜ਼ਰ ਆਉਣਗੇ। 90 ਸਾਲ ਉਹਨਾਂ ਨੂੰ ਪਾਣੀ ਪਿਲਾਉਣ ਵਾਲਾ ਕੋਈ ਨਹੀਂ ਹੋਣਾ। ਸਾਰੀ ਜਵਾਨੀ ਖਤਮ। ਸੜਕਾਂ ਦੇ ਗਲੀਆਂ 'ਚ ਨਾਲੀਆਂ 'ਚ ਬੱਚੇ ਗਿਰੇ ਹੁੰਦੇ ਆ। ਮਾਲਵਾ, ਫਾਜ਼ਿਲਕਾ, ਫਿਰੋਜ਼ਪੁਰ, ਆ ਬਾਰਡਰ ਏਰੀਆ ਖਤਮ, ਫਿਨਿਸ਼।
ਜਿਹੜੇ ਰਹੇ ਬੱਚੇ, ਜਿਹੜੇ ਬਚ ਗਏ ਉਹ ਕੈਨੇਡਾ ਚਲੇ ਗਏ, ਉਹ ਵਾਪਸ ਨਹੀਂ ਆਉਣਗੇ। ਉਹਨਾਂ ਦੇ ਮਾਂ-ਬਾਪ ਰਹਿ ਗਏ ਪਿੱਛੇ, ਰਹਿ ਗਏ। ਰਿਹਾ ਕੌਣ ਹੈ? ਜਾਂ ਸਾਡੇ ਸਰਵਸ਼੍ਰੀ ਬਾਦਲ ਸਾਹਿਬ, ਜਿਨ੍ਹਾਂ ਵਾਸਤੇ ਫਰੈਸ਼ ਮੱਛੀ ਆਉਂਦੀ ਹੈ। ਤੁਹਾਨੂੰ, ਤੁਸੀਂ ਤਾਂ ਮੱਛੀ ਖਾ ਹੀ ਨਹੀਂ ਸਕਦੇ, ਜਿਹੜੀ 20 ਹਜ਼ਾਰ ਕਹਿੰਦੇ, ਸੁਣਿਆ ਮੈਂ 20-30 ਹਜ਼ਾਰ ਰੁਪਏ ਕਿਲੋ ਦੀ ਮੱਛੀ ਫਰੈਸ਼ ਖਾਂਦੇ ਆ। ਅਸੀਂ ਤਾਂ ਅਫੋਰਡ ਵੀ ਨਹੀਂ ਕਰ ਸਕਦੇ, ਸਾਡੀ ਤਾਂ ਇੰਨੀ ਸੈਲਰੀ ਵੀ ਨਹੀਂ ਹੈ। ਜਾਂ ਸਾਡੇ ਉਹ ਸਰਵਸ਼੍ਰੀ ਕੈਪਟਨ ਸਾਹਿਬ, ਜਿਹੜੇ ਗੁਟਕਾ ਸਾਹਿਬ ਫੜ ਕੇ ਝੂਠ ਤੇ ਬੀਇੰਗ ਸਿੱਖ ਐਂਡ ਬੀਇੰਗ ਏ ਆਰਮੀ ਆਫ ਫੌਜੀ, ਤੂੰ ਗੁਟਕੇ ਦੇ, ਮੈਨੂੰ ਉਸ ਬੰਦੇ ਨਾਲ ਬਹੁਤ ਜ਼ਿਆਦਾ ਤਕਲੀਫ। ਮੈਂ ਹਰੇਕ ਜਗ੍ਹਾ ਕਹਿੰਦਾ ਆਈ ਨੋ ਹਿਜ਼ ਫੈਮਿਲੀ, ਕਿਉਂਕਿ ਮੈਂ ਫਲਾਈਂਗ ਕਰਦਾ ਸੀ ਜੀ 1981 'ਚ। ਸਾਡੀ ਇੱਕ ਬੈਚਮੇਟ ਸੀਗੀ ਨਿਰਮਲਜੀਤ ਸਿੰਘ ਸੇਖੋਂ, ਠੀਕ ਹੈ, ਸਾਡੀ ਬੈਚਮੇਟ ਸੀਗੀ। ਕਿੱਸਾ ਵੀ ਪਤਾ ਹੈ? ਕਿੱਸਾ ਪਤਾ ਹੋਣਾ ਹੈ। ਇਹ ਕੈਪਟਨ ਨੂੰ ਲੈ ਕੇ ਭੱਜ ਗਿਆ ਸੀ 15 ਦਿਨ, ਬਹੁਤ ਸਿਆਪਾ ਪਿਆ ਸੀਗਾ। ਹਿਮਾਚਲ ਦੀ ਪਹਾੜੀਆਂ 'ਚ ਫੋਟੋਆਂ ਵੀ ਆਈਆਂ ਸੀ ਕਈ, ਠੀਕ ਹੈ ਜੀ, ਭੱਜ ਗਿਆ ਸੀ। ਉਸ ਤੋਂ ਬਾਅਦ ਫਿਰ ਇਹਨੇ ਕਿਸੇ ਫੌਜੀ ਦੇ, ਆਰਮੀ ਦੀ ਵਾਈਫ ਦੇ ਨਾਲ ਵੀ ਕੋਈ ਛੇੜਾਖਾਨੀ ਕੀਤੀ ਸੀਗੀ, ਠੀਕ ਹੈ। ਉਹ ਹੈ ਨਾ ਦਿਲ ਹੈ ਆਸ਼ਿਕਾਂ, ਠੀਕ ਹੈ। ਇਹਦਾ ਜਿੱਥੇ ਇਹਦਾ ਰਿਸ਼ਤਾ ਹੋਇਆ ਰਾਣੀ ਪ੍ਰਨੀਤ ਕੌਰ ਦਾ, ਉਹ ਇੱਥੇ ਸੈਕਟਰ 5 'ਚ ਇਹਦੇ ਸਾਲੇ ਦੀ ਵੀ ਡੈਥ ਹੋਈ ਹੈ, ਸਨੀ ਦੀ ਹੋਣੀ। HS ਸੇਖਵਾਂ ਸੀਗੇ, ਉਹਨਾਂ ਦੇ ਇੰਡੀਅਨ ਫੋਰਨ ਸਰਵਿਸ ਸੀਗੇ, 59 ਨੰਬਰ ਪਤਾ ਨਹੀਂ 49। ਮੇਰੇ ਫਾਦਰ ਵੀ ਉਹਨਾਂ ਦੇ ਬੜੇ ਕਲੋਜ਼ ਸੀਗੇ। ਇੱਧਰ ਜਿਹੜਾ ਸਿਮਰਜੀਤ ਸਿੰਘ ਬੈਂਸ ਹੈ IPS, ਜਿਹੜਾ ਭਾਗਲਪੁਰ ਜੇਲ੍ਹ 'ਚ ਰਿਹਾ, ਜਿਹਨੂੰ ਰਾਜੀਵ ਗਾਂਧੀ ਨੇ ਰਿਲੀਜ਼ ਕਰਾਇਆ ਸੀਗਾ ਟਾਡਾ ਦੇ ਵਿੱਚੋਂ। ਇਹ ਆਪਸ ਦੇ ਵਿੱਚ ਇਹਨਾਂ ਦੀ 2 ਸਿਸਟਰ, ਸਿਮਰਜੀਤ ਸਿੰਘ ਮਾਨ, ਜਿਹੜੇ ਕਿ ਆਪਣੇ ਬਜ਼ੁਰਗ ਹੋ ਗਏ ਹੁਣ, ਠੀਕ ਹੈ, ਸੰਸਦ ਨੇ ਹੁਣ। ਹਾਂ, ਸੰਸਦ ਹੈ ਉਹ, ਮਤਲਬ ਆਪਸ ਦੇ ਸਾਡੂ ਹੈ ਭਾਈ, ਠੀਕ ਹੈ। ਉਹਨਾਂ ਦਾ ਵੇ ਆਊਟ ਡਿਫਰੈਂਟ ਹੈ, ਇਹਨਾਂ ਦਾ ਵੇ ਆਊਟ ਡਿਫਰੈਂਟ ਹੈ। ਅੱਛਾ, ਇੱਕ ਸਵਾਲ ਆ ਰਿਹਾ ਹੈ ਆਪਣਾ ਸ਼ਰਮਾ ਜੀ, ਆਪਾਂ ਲੈ ਲਈਏ, ਕੁਝ ਨਾਮ ਲਵਾਂਗਾ ਮੈਂ। ਜਸਟਿਸ ਜਸਟਿਸ ਰੰਜਨ ਗੁप्ता, ਜਸਟਿਸ ਤਿਵਾੜੀ, ਜਸਟਿਸ VK ਬਾਲੀ, ਜਸਟਿਸ ਰਵੀ ਸ਼ੰਕਰ। ਇਹਨਾਂ ਤੇ ਇਤਰਾਜ਼ ਕਿਉਂ ਹੈ ਤੁਹਾਨੂੰ? ਕੱਲੇ ਦਾ ਡਿਫਾਈਨ ਕਰਿਓ। ਦੇਖੋ ਜੀ, ਮੈਂ ਸਬੀਨਾ ਤੋਂ ਸ਼ੁਰੂ ਕਰਦੇ ਹਾਂ। ਮੈਂ ਜਸਟਿਸ ਸਬੀਨਾ ਤੋਂ ਕਰਦਾ ਜੀ। ਸਬੀਨਾ ਐਕਚੁਅਲੀ ਕੀ ਸੀਗਾ ਕਿ ਸਾਡੇ ਇੱਕ ਜਸਟਿਸ ਕੰਗ ਹੁੰਦੇ ਸੀਗੇ, ਮੇਰੇ ਫਾਦਰ ਦੇ ਬੜੇ ਫੈਮਿਲੀ ਫਰੈਂਡ ਸੀਗੇ। ਇਹਨੇ ਆਪਣਾ ਐਜ਼ ਏ ਕਰੀਅਰ ਐਡਵੋਕੇਟ ਉਹਨਾਂ ਤੋਂ ਸ਼ੁਰੂ ਕੀਤਾ ਸੀਗਾ। ਗ੍ਰੈਜੂਅਲੀ ਕੰਗ ਸਾਹਿਬ ਨਾਲ ਇਹਦੀ ਕਾਫੀ ਕਲੋਜ਼ਨੈਸ ਰਹੀ, ਅਤੇ ਇਹਨਾਂ ਦਾ ਨਵਕਰਨ ਵੀ ਜਿਹੜਾ ਇਹਨਾਂ ਦਾ ਬ੍ਰਦਰ ਹੀ ਹੈ, ਜਿਹੜਾ ਇੱਥੇ ਐਡਵੋਕੇਟ ਹੈ। ਪੰਜਾਬੀ ਚ ਜੀਜਾ ਲੱਗਦੇ ਨੇ ਉਹਨਾਂ ਦੇ। ਜੀਜਾ ਲੱਗਦਾ, ਹਾਂ। ਅਤੇ ਕੀ ਨਾਮ ਇਹਦਾ, ਮੈਂ ਦੱਸਦਾ ਤੁਹਾਨੂੰ ਇਹਦਾ ਦੇ ਹਸਬੈਂਡ, ਨਹੀਂ, ਇਹ ਵਿਕਾਸ ਵਕੂਸ, ਇਹ ਸਾਰੀ ਪੂਰਾ ਟੱਬਰ ਹੀ ਜੁਡੀਸ਼ਰੀ 'ਚ ਟੱਪਿਆ ਹੋਇਆ ਹੈ। ਇੱਕੋ ਹੀ ਕੁਨਬਾ ਸਾਰਾ? ਹਾਂ, ਸਾਰਾ ਕੁਟੁੰਬ ਹੈ। ਅਤੇ ਆਪਣਾ ਇਹ ਹੈਗਾ ਜੀ, ਇਹ ਹੈ ਜੀ, ਇਹਦੇ ਫਾਦਰ ਹੈ ਸਰਜੀਤ ਸਿੰਘ ਫਾਦਰ। ਪਰਮਿੰਦਰ ਸਿੰਘ ਜਿਹੜਾ ਇਹਦਾ ਹਸਬੈਂਡ ਹੈ, ਉਹ ਮੁਨਸ਼ੀ ਹੁੰਦਾ ਸੀਗਾ, ਜਿਹੜੇ ਵਕੀਲ ਹੈ। ਇਹ ਸਰਜੀਤ ਦਾ ਮੁਨਸ਼ੀ ਹੁੰਦਾ ਸੀਗਾ, ਜਿਹਨਾਂ ਇਹਨਾਂ ਨੇ ਵਿਆਹ ਕੀਤਾ ਸਬੀਨਾ ਨੇ। ਨਵਕਿਰਨ ਇਹਦਾ ਬ੍ਰਦਰ ਹੈ, ਅਤੇ ਵਿਕਾਸ ਸਿੰਘ ਇਹਦਾ ਬ੍ਰਦਰ ਹੈ। ਰੂਬੀਨਾ ਸਿੰਘ ਇਹਦੀ ਸਿਸਟਰ ਹੈ। ਜਗਦੇਵ ਸਿੰਘ ਅੰਕਲ ਹੈ। ਇਹ ਸਾਰਾ ਕੁਟੁੰਬ ਇੱਥੇ ਫੈਮਿਲੀ ਪ੍ਰੈਕਟਿਸ ਕਰਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ 'ਚ। ਸਬੀਨਾ ਦੀ ਪ੍ਰੋਬਲਮ ਕੀ ਹੈ ਜੀ ਕਿ ਇਹਦੀ ਜਿਹੜੀ ਡਾਟਰ ਹੈ ਕਲਿਆਣੀ, ਮੇਰੇ ਸਾਹਮਣੇ ਆਈ ਐਮ ਵਿਟਨੈਸ ਟੂ ਆਲ ਦਾ ਇਵੈਂਟਸ। ਚਸ਼ਮਦੀਦ ਤੋਂ ਮੈਂ ਚਸ਼ਮਦੀਦ ਨੂੰ, ਇਹਨਾਂ ਦੇ ਘਰ ਬਹੁਤ ਆਉਣਾ ਜਾਣਾ ਸੀਗਾ, ਕਿਉਂਕਿ ਸਿੱਪੀ ਸਿੱਧੂ ਦੇ ਫਾਦਰ ਵੀ ਐਡਵੋਕੇਟ ਸੀਗੇ, AG ਪੰਜਾਬੀ ਰਹੇ ਹੈ, ਅਤੇ ਇਹਨਾਂ ਦਾ ਕਾਫੀ ਸੋਸ਼ਲ ਸਰਕਲ ਸੀਗਾ। ਦਾਦਾ ਜੀ ਜੱਜ ਰਹੇ ਉਹਨਾਂ ਦੇ। ਹਾਂ, ਅਤੇ ਕਾਫੀ ਇਹਨਾਂ ਦਾ ਸੋਸ਼ਲ ਸਰਕਲ ਸੀਗਾ। ਅਤੇ ਜਿਸ ਦਿਨ ਸਿੱਪੀ 15 ਤਰੀਕ ਨੂੰ ਆਇਆ, ਉਦੋਂ ਮੈਨੂੰ ਫੋਨ ਆਇਆ, ਵੀਰ ਜੀ ਅਸੀਂ, ਦੈਟ ਵਾਜ਼ ਦਾ ਲਾਸਟ ਟਾਈਮ ਆਈ ਮੈਟ ਹਿਮ ਇਨ ਫੇਸ 8, ਉਹਦਾ ਜਿਹੜਾ ਪ੍ਰੋਪਰਟੀ ਸੀ, ਜਿੱਥੇ ਆਫਿਸ ਸੀਗਾ, ਇੰਡਸਟਰੀ ਏਰੀਆ, ਉਹ ਜੁਡੀਸ਼ੀਅਲ ਕੋਰਟ ਦੇ ਸਾਹਮਣੇ। ਦੈਟ ਵਾਜ਼ ਦਾ, ਹੁਣ ਤਾਂ ਉੱਥੇ ਬਿਲਡਿੰਗਾਂ ਬਣ ਗਈਆਂ, ਉਹ ਪਰਟੀਕੁਲਰ ਜਗ੍ਹਾ 'ਤੇ ਬਹੁਤ ਭਰ ਗਿਆ, ਮੈਂ ਦੇਖਿਆ, ਰਾਧਾ ਸਵਾਮੀ ਦੇ ਸਾਹਮਣੇ ਜਿਹੜੇ ਕਾਰਨਰ ਬਿਲਡਿੰਗ। ਦੈਟ ਵਾਜ਼ ਦਾ ਲਾਸਟ ਟਾਈਮ ਆਈ ਮੈਟ ਹਿਮ। ਮੇਰਾ ਐਕਚੁਅਲੀ ਫੋਨ ਵੀ ਹੋ ਗਿਆ, ਉਹਦੇ ਲਾਸਟ ਮੈਸੇਜ ਵੀ ਮੈਂ ਸੇਵ ਕਰਕੇ ਰੱਖੇ ਹੋਏ ਆ, ਅੱਜ ਵੀ ਰੱਖੇ ਹੋਏ ਆ ਮੇਰੇ ਕੋਲ ਹੈਗੇ ਆ। ਹੁਣ ਗੱਲ ਐਵੇਂ ਹੈ ਕਿ ਹਰੇਕ ਬੰਦੇ ਦੀ ਨਾ ਇੱਕ ਬਿਗਿਨਿੰਗ ਹੁੰਦੀ ਹੈ। ਮੇਰੀ ਅਗਰ ਬਿਗਿਨਿੰਗ ਹੈ, ਆਗਾਜ਼ ਹੁੰਦਾ ਹੈ। ਆਗਾਜ਼ ਅਗਰ ਕਿਸੇ ਰੋਂਗ ਪਾਥ 'ਤੇ ਚਲੇ ਜਾਓ, ਤੁਸੀਂ ਕਿਸੇ ਨੂੰ ਡੈਮੇਜ ਕਰਨ ਵਾਸਤੇ ਉਹ ਪਾਥ ਫੋਲੋ ਕੀਤਾ ਹੈ, ਅਤੇ ਲੋਕਾਂ ਨੂੰ ਬਹੁਤ ਵੱਡੀ ਬੇਵਕੂਫੀ ਹੈ। ਬਹੁਤ ਮਤਲਬ ਕੋਈ ਅਨਪੜ੍ਹ ਬੰਦਾ ਹੋਏਗਾ, ਇਹ ਅਗਰ ਚੀਜ਼ ਨੂੰ ਨਹੀਂ ਸਮਝੇਗਾ ਕਿ ਉਸ ਬੰਦੇ ਦਾ ਆਗਾਜ਼ ਪਹਿਲੀ ਐਂਡ ਹੋ ਜਾਏਗਾ। ਤੁਸੀਂ ਅਗਰ ਕਿਸੇ ਵਾਸਤੇ ਕਹਿੰਦੇ ਨਾ ਖੱਡਾ ਖੋਦ ਦਿਓ,
ਤੇ ਸਭ ਤੋਂ ਪਹਿਲੇ ਤੁਸੀਂ ਉਸ 'ਚ ਗਿਰਦੇ ਹੋ। ਸਿਆਣੇ ਦਾ ਆਗਾਜ਼ ਨਾਲ ਅੰਜਾਮ ਵੀ ਤੈਅ ਹੁੰਦਾ ਹੈ। ਠੀਕ ਹੈ ਜੀ, ਇਹ ਇੱਕ ਪ੍ਰੀ ਡਿਫਾਈਨਡ ਡੈਸਟਨੀ ਹੈ। ਤੁਸੀਂ ਹੋ, ਮੈਂ, ਜਸਟਿਸ ਸਬੀਨਾ ਹੈ, ਕੋਈ ਵੀ ਹੈ। ਮੈਂ ਆਪਣੇ ਆਪ ਨੂੰ ਐਗਜ਼ੰਪਸ਼ਨ ਨਹੀਂ ਦੇ ਰਿਹਾ ਕਿ ਮੈਂ ਬਹੁਤ ਸਾਫ਼ ਸੁਥਰਾ, ਮੇਰੇ 'ਚ ਵੀ ਬੜੇ ਅਵਗੁਣ ਹੋਣੇ। ਮੈਂ ਹੋ ਸਕਦਾ ਕੈਮਰੇ ਦੇ ਸਾਹਮਣੇ ਬਹੁਤ ਤੁਹਾਨੂੰ ਡਰਾਮਾ ਕਰ ਰਿਹਾ ਹਾਂ, ਨੌਟੰਕੀ ਕਰ ਰਿਹਾ ਹਾਂ, ਆਪਣੇ ਆਪ ਨੂੰ ਬੜਾ ਅੱਛਾ ਦਿਖਾਉਣ ਵਾਸਤੇ। ਮੇਰੇ 'ਚ ਵੀ ਹਿਡਨ 'ਚ ਪ੍ਰੋਬਲਮ ਹੋਣੀ ਹੈ, ਕਮੀਆਂ ਪੇਸ਼ੀਆਂ ਹੋਣਗੀਆਂ। ਮੈਂ ਐਡਮਿਟ ਕਰਦਾ ਭਰਾ ਜੀ। ਆਈ ਡੋਂਟ ਡਿਨਾਈ ਮਾਈ ਪਰਸਨੈਲਿਟੀ ਸੱਚ। ਵਾਈ ਪੀਪਲ ਲਾਈਕ ਮੀ, ਵਾਈ ਚੀਫ ਜਸਟਿਸ ਬੀ ਕੇ ਰॉय ਅਡਾਪਟਡ ਮੀ ਲਾਈਕ ਏ ਸਨ, ਕਿਉਂਕਿ ਮੈਂ ਓਪਨ ਪਾਰਟੀ 'ਚ ਮੈਂ ਜੱਜਾਂ ਦੀ ਪੈਂਟ ਉਤਾਰਤੀ ਸੀਗੀ ਉੱਥੇ, ਕਿਸੇ ਫੰਕਸ਼ਨ 'ਚ ਗਏ ਹੋਏ ਸੀਗੇ। ਦੈਟ ਵਾਜ਼ ਦਾ ਫਸਟ ਇਨਕਾਊਂਟਰ ਵਿਦ ਹਿਮ। ਉਹਨਾਂ ਨੇ ਕਿਹਾ ਬੇਟਾ ਮੈਂ ਸਾਰਿਆਂ ਨੂੰ ਡਿਸਓਨ ਕੀਤਾ, ਅੱਜ ਤੋਂ ਆਈ ਵਿਲ ਟਰੀਟ ਯੂ ਲਾਈਕ ਮਾਈ ਓਨ ਸਨ। ਤੂੰ ਮੈਨੂੰ ਹਰੇਕ ਬੰਦੇ ਦੇ ਬਾਰੇ ਫੀਡਬੈਕ ਦੇਣੀ ਹੈ, ਕੌਣ ਕਿਹਦੇ ਨਾਲ ਲਿੰਕਅਪ ਹੈ, ਕਿਹੜਾ ਜੱਜ ਕਿਹੜੇ ਵਕੀਲ ਨਾਲ ਲਿੰਕਅਪ ਹੈ। ਔਰ ਆਈ ਯੂਜ਼ ਟੂ ਗਿਵ ਦਮ। ਅੱਛਾ, ਜਸਟਿਸ ਸਬੀਨਾ ਦੀ ਗੱਲ ਕਰ ਰਹੇ ਸੀ ਆਪਾਂ। ਸਬੀਨਾ, ਹੁਣ ਦੇਖੋ ਸਬੀਨਾ ਦਾ ਕੀ ਹੈ, ਕਰੀਅਰ ਗ੍ਰਾਫ ਕੀ ਹੈ ਕਿ ਕੁੜੀ ਇਹਨੇ ਕਲਿਆਣੀ ਪੈਦਾ ਕੀਤੀ। ਕਲਿਆਣੀ ਨੂੰ ਬਹੁਤ ਜ਼ਿਆਦਾ ਸ਼ੌਕ ਹੈ, ਉਹ ਅਫੋਰਡ ਨਹੀਂ ਕਰ ਸਕਦੀ ਇੰਨੇ ਐਕਸਪੈਂਸਿਵ ਸਾਰਾ ਕੁਝ। ਤੇ ਕਲਿਆਣੀ ਕੀ ਐਸ਼ੋ ਆਰਾਮ ਦੀ ਜ਼ਿੰਦਗੀ, ਬਹੁਤ ਐਸ਼ੋ ਆਰਾਮ ਦੀ ਜ਼ਿੰਦਗੀ। ਉਹਨੂੰ ਇੱਕ ਸਿਲੈਕਟਡ ਟਾਰਗੇਟ ਮਿਲ ਗਿਆ। ਸਿੱਪੀ ਕੋਲ ਬਹੁਤ ਪੈਸੇ ਹੈ, ਉਹਨਾਂ ਦੇ ਕੋਲ ਫੈਮਿਲੀ ਕੋਲ ਲੈਂਡਡ ਜ਼ਮੀਨਾਂ ਵੀ ਬੜੀਆਂ, ਠੀਕ ਹੈ। ਔਰ ਇਨੀਸ਼ੀਅਲੀ ਇਹਨਾਂ ਦਾ ਸਿਸਟਮ ਠੀਕ ਚੱਲ ਰਿਹਾ ਸੀਗਾ। ਹੋਇਆ ਕੀ ਹੈ ਕਿ ਕੁਝ ਫੋਟੋਗ੍ਰਾਫਸ ਮੈਂ ਵੀ ਦੇਖੀਆਂ ਕਿ ਸ਼ੀ ਵਾਜ਼ ਸਲੀਪਿੰਗ ਵਿਦ ਹਰ ਮਾਮਾ। ਮੈਂ ਫੋਟੋਆਂ ਦੇਖੀਆਂ ਭਰਾ ਜੀ, ਮੈਂ ਅੱਛਾ ਨਹੀਂ ਲੱਗਦਾ। ਖੈਰ ਵੀ ਕਿਸੇ ਦੀ ਡਾਟਰ ਹੈ ਸਬੀਨਾ ਦੀ, ਲੇਕਿਨ ਜਦੋਂ ਤੁਸੀਂ ਇੱਕ ਬੱਚੇ ਦੀ ਜਾਨ ਲੈ ਲਈ ਨਾ, ਤੁਹਾਡੇ ਵਾਸਤੇ ਕੋਈ ਮਨਾਹੀ ਨਹੀਂ ਹੈ, ਕੋਈ ਛੂਟ ਨਹੀਂ ਹੈ ਤੁਹਾਨੂੰ ਕੋਈ ਮਾਫੀ ਨਹੀਂ ਹੈ। ਤੁਹਾਡਾ ਜਨਮ ਪਰਮਾਨੈਂਟ ਨਹੀਂ ਹੈ ਇਸ ਧਰਤੀ ਤੇ। ਆਈਦਰ ਟੂਡੇ ਟਮੋਰੋ ਤੁਹਾਡਾ ਵੀ ਫੇਟ ਉਹੀ ਹੋਏਗਾ ਜਿਹੜਾ ਸਿੱਪੀ ਦਾ ਤੁਸੀਂ ਕੀਤਾ। ਮੈਂ ਤੁਹਾਨੂੰ ਅੱਜ ਕਹਿ ਦਿੰਦਾ ਲਿਖ ਕੇ, ਮੈਂ ਜਾਣਦਾ, ਮੈਂ ਆਪਣਾ ਜੀਵਨ ਬਹੁਤ ਡਿਫਿਕਲਟ ਸਿਚੁਏਸ਼ਨ 'ਚੋਂ ਨਿਕਲਿਆ। ਔਰ ਮੇਰੇ ਕੋਲ ਤਾਂ ਇੰਨੇ ਗਲੋਰੀਫਾਈਂਗ ਐਗਜ਼ਾਮਪਲਸ ਹੈ। ਮੈਂ ਐਸੇ ਬੰਦੇ ਦੇਖੇ ਮੁੱਠੀ 'ਚ ਰਾਖ ਹੋਏ ਬੰਦੇ, ਜਿਹੜੇ ਕਹਿੰਦੇ ਸੀ ਮੈਂ ਕੀ ਹੈ, ਕੁਛ ਨਹੀਂ ਹੈ, ਮੈਂ ਤਾਂ ਤੁਹਾਡਾ ਆ ਜਦ ਤੱਕ ਸਕਿਨ ਹੈ ਤਾਂ ਮੈਂ 2 ਮਿੰਟ ਲੱਗਦੇ ਆ ਬੰਦੇ ਨੂੰ ਗਿਆ ਤਾਂ ਖਤਮ। ਕੀ ਕਹਿੰਦੇ ਫਿਰ ਸਬੀਨਾ ਪੁੱਤਰੀ ਮੋਹ 'ਚ ਫਸੀ ਹੋਈ ਹੈ। ਤੂੰ ਯੂ ਬੀਇੰਗ ਏ ਜਸਟਿਸ, ਤੂੰ ਸਗੋਂ ਆ ਕੇ ਸਾਰੀ ਓਪਨ ਪਬਲਿਕ 'ਚ ਆ ਕੇ ਸਿੱਪੀ ਦੀ ਫੈਮਿਲੀ ਤੋਂ ਮਾਫੀ ਮੰਗ ਕਿ ਹਾਂ ਮੇਰੀ ਡਾਟਰ ਤੋਂ ਗਲਤੀ ਹੋਈ ਹੈ। ਔਰ ਤੂੰ ਉਹ ਕਿਲਰ ਦਾ ਨਾਮ ਦੱਸ। ਕਿਲਰ ਦਾ ਨਾਮ ਤਾਂ ਮੈਨੂੰ ਵੀ ਪਤਾ ਹੈ, ਖੈਰ ਉਹ ਤਾਂ ਛੱਡੋ, ਲੈਟ ਇਟਸ ਬੀ ਮੈਟਰ ਆਫ ਇਨਵੈਸਟੀਗੇਸ਼ਨ। ਜਿਵੇਂ ਇਹਨਾਂ ਨੇ ਉਹਨੂੰ ਮਾਰਿਆ ਟਰੈਪ ਲੈ ਕੇ, ਸ਼ੀ ਸ਼ੁੱਡ ਕਮ। ਔਰ ਇਹਨੂੰ ਤਾਂ ਚਾਹੀਦਾ ਸੀਗਾ। ਇੰਨਾ ਕਿ ਤਾਂ ਦੱਸ ਹੀ ਦਊਂਗੇ, ਸੁਪਾਰੀ ਕਿਲਿੰਗ ਸੀ, ਟੋਟਲੀ ਕਿਲਿੰਗ ਸੀ। ਜਿਹੜਾ ਬੱਚਾ ਆਪਣੀ ਮਾਂ ਨੂੰ ਕਹਿੰਦਾ ਕਿ ਮੰਮਾ ਤੁਸੀਂ ਤਿਆਰੀ ਕਰੋ, ਮੈਂ 10-15 ਮਿੰਟ 'ਚ ਆਇਆ, ਕਲਿਆਣੀ ਨੂੰ ਮਿਲਣ ਜਾ ਰਹੇ ਹਾਂ, ਗੱਡੀ ਉੱਥੇ ਪ੍ਰੈਸ ਕਲੱਬ 'ਚ ਖੜਾਈ ਆ, ਉੱਥੋਂ ਪੈਦਲ ਪਾਰਕ 'ਚ ਗਿਆ, ਤੇ ਜਦੋਂ ਪਹਿਲਾ ਸ਼ਾਟ ਮਾਰਿਆ ਹੈ ਤੇ ਹੀ ਵਾਜ਼ ਅਲਾਈਵ। ਉਸ ਤੋਂ ਬਾਅਦ ਇਹਨੇ ਕਲਿਆਣੀ ਨੇ ਅਸ਼ੋਰ ਕੀਤਾ ਕਿ ਮਰ ਜੇ, ਉਹਨੇ 4 ਗੋਲੀਆਂ ਮਾਰੀਆਂ ਉਹਨੂੰ। ਹਾਇਰਡ ਕਿਲਰ ਸੀਗੇ। ਔਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਉਸ ਵੇਲੇ ਕੌਣ ਸੀਗਾ ਇੱਥੇ ਐਸਐਸਪੀ, ਤੁਹਾਨੂੰ ਪਤਾ ਕੌਣ ਸੀਗਾ? ਮੈਨੂੰ ਐਸਐਚਓ ਦਾ ਪਤਾ ਹੈ, ਪੂਨਮ ਦਿਲਾਵਰੀ ਐਸਐਚਓ ਸੀ। ਦਿਲਾਵਰੀ ਕੀ ਹੈ? ਐਸਐਚਓ ਸੀ ਉਸ ਟਾਈਮ। ਪੂਨਮ ਦਿਲਾਵਰੀ ਨੇ ਕੀ ਕੀਤਾ? ਸਾਰਾ ਕੇਸ ਸੱਤਿਆਨਾਸ਼ ਕਰਤਾ। ਕਿਹਦੇ ਕਹਿਣ ਤੇ ਕੀਤਾ? ਤਜਿੰਦਰ ਲੂਥਰੇ ਦੇ ਕਹਿਣ ਤੇ, ਜਿਹੜੇ ਡੀਜੀ ਸੀਗਾ। ਤਜਿੰਦਰ ਲੂਥਰੇ ਨੇ, ਮੇਰੇ ਕੋਲ ਡਾਕੂਮੈਂਟ ਪਏ ਹੈ, 5 ਪੁਲਿਸ ਰਿਕਰੂਟਮੈਂਟਾਂ ਕੀਤੀਆਂ, ਮੈਂ ਉਹਦੇ ਖਿਲਾਫ ਐਫੀਡੇਵਿਟ ਪਾਇਆ, ਸੀਬੀਆਈ 'ਚ ਹਾਲੇ ਮੈਟਰ ਚੱਲ ਰਿਹਾ। 5 ਰਿਕਰੂਟਮੈਂਟ 'ਚ ਉਹਨੇ ਗੜਬੜ ਕੀਤੀ, ਪੈਸੇ ਪੂਸੇ ਖਾ ਗਿਆ। ਫਿਰ ਉਹਨੇ ਜਾਲੀ ਲਾਅ ਦੀ ਐਡਮਿਸ਼ਨ ਲਿੱਤੀ। ਮੇਰਠ ਯੂਨੀਵਰਸਿਟੀ ਤੂੰ ਕਰ ਰਿਹਾ 5ਵੇਂ ਸਮੈਸਟਰ 'ਚ, ਕਿਹੜੀ ਮਾਈਗ੍ਰੇਸ਼ਨ ਹੁੰਦੀ ਜੀ ਪੰਜਾਬ ਯੂਨੀਵਰਸਿਟੀ 'ਚ? ਅਲਾਉਡ ਹੀ ਨਹੀਂ ਹੈ 2nd ਸਮੈਸਟਰ ਤੋਂ। ਤੂੰ ਆਪਣਾ ਇਨਫਲੂਐਂਸ ਕਰਕੇ, ਮੈਂ ਐਫੀਡੇਵਿਟ ਦਿੱਤਾ, ਆਈ ਵਿਲ ਸੈਂਡ ਯੂ ਦਾ ਐਫੀਡੇਵਿਟ। ਇਹਦਾ ਇੱਕ ਜਿਹੜੇ ਐਸਐਸਪੀ ਸੀ ਉਹਨਾਂ ਦੀ ਕੀ ਭੂਮਿਕਾ ਰਹੀ, ਨਾਮ ਵੀ ਦੱਸਿਓ। ਦੇਖੋ ਡਾਕਟਰ ਸੁਖਚੈਨ ਗਿੱਲ ਵਾਜ਼ ਐਸਐਸਪੀ, ਜਿਹੜੇ ਅੱਜ ਦੀ ਡੇਟ 'ਚ ਆਈਜੀ ਹੈ। ਸੁਖਚੈਨ ਗਿੱਲ ਨੂੰ ਮੇਰੀ ਉਹਦੇ ਨਾਲ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ, ਪਿੱਛੇ ਵੀ ਚੱਲ ਰਹੀ ਸੀਗੀ, ਤੇ ਸਿੱਪੀ ਦੇ ਮੰਮੀ ਵੀ ਜਾਂਦੇ ਰਹੇ, ਦਪਿੰਦਰ ਆਂਟੀ, ਜਿੱਪੀ ਵੀ ਜਾਂਦਾ ਰਿਹਾ। ਤੇ ਉਹ ਕਹਿੰਦਾ ਜੀ ਮੈਂ ਕੀ ਕਰਾਂ, ਮੇਰੇ ਹੱਥ ਬੰਦੇ ਆ, ਮੈਨੂੰ ਲੂਥਰਾ ਕੰਮ ਨਹੀਂ ਕਰਨ ਦਿੰਦਾ, ਹਰੇਕ ਕੰਮ 'ਚ ਅੜਪਨ ਕਰਦਾ, ਠੀਕ ਹੈ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦਾ ਤਜਿੰਦਰ ਲੂਥਰੇ ਨੂੰ ਕਿ ਤੂੰ ਕੀ ਲੈਣਾ ਵੀ ਇਹਦੇ ਤੋਂ। ਇੱਕ ਮਰਡਰ ਹੋਇਆ, ਸੋ ਦੋਸ਼ੀ ਫੜੋ ਤੇ ਉਹਨਾਂ ਜੇਲ੍ਹ ਦੇ ਪਿੱਛੇ ਭੇਜੋ, ਸਲਾਖਾਂ 'ਚ ਭੇਜੋ। ਜਿਹਦਾ ਯੰਗ ਬੱਚਾ ਘਰੋਂ ਚਲਾ ਗਿਆ, ਤੂੰ ਕੀ ਲੈਣਾ ਹੈ? ਯੂ ਬੀਇੰਗ ਆਈਜੀ, ਤੂੰ ਤਾਂ ਆਪਣੇ ਉਹ ਆਈਪੀਐਸ ਮੈਡਲ ਲੈ ਕੇ ਤੂੰ ਤਾਂ ਵੜ ਗਿਆ ਉੱਥੇ ਦਿੱਲੀ 'ਚ। ਹੁਣ ਤੂੰ ਮੇਰੇ ਸਾਹਮਣੇ ਨਹੀਂ ਆਉਂਦਾ, ਕਿਉਂਕਿ ਉਹਨੂੰ ਪਤਾ ਕਿ ਮੇਰੇ ਕੋਲ ਉਹਦਾ ਪੂਰਾ ਰਿਕਾਰਡ ਪਿਆ ਇੱਥੇ, ਜੋ ਉਹਦੀ ਹੇਰਾਫੇਰੀ ਕੀਤੀ ਹੈ।
ਮੈਂ ਇਹਦੀ ਐਫੀਡੇਵਿਟ ਪਾਇਆ ਹੈ ਸੁਪਰੀਮ ਕੋਰਟ ਦੇ ਵਿੱਚ। ਜਦੋਂ ਵੀ ਵਾਰੀ ਆਏਗੀ ਇਹਨੂੰ ਨੋਟਿਸ ਕਰਾਵਾਂਗਾ ਮੈਂ। ਪੋਤੜਾ ਖੋਲ ਦੋਗੇ? ਖੋਲ ਦਾਂਗਾ ਇਹਨੂੰ, ਖੋਲਾਂਗਾ। ਇਹਦੀ ਲਾਅ ਦੀ ਡਿਗਰੀ ਕੈਂਸਲ ਕਰਾਵਾਂਗਾ ਭਰਾ ਜੀ ਮੈਂ। ਚਲੋ ਜਸਟਿਸ ਰਬੀਨਾ ਬਾਰੇ ਦੱਸਦੇ ਆ। ਜਸਟਿਸ ਰਵੀ ਸ਼ੰਕਰ। ਰਵੀ ਸ਼ੰਕਰ ਜਿਹੜੇ ਆ ਨਾ, ਹੀ ਇਜ਼ ਏ ਮੋਸਟ ਵੀਕੈਸਟ ਕਰੈਕਟਰ ਇਨ ਹਿਸਟਰੀ ਆਫ ਪੰਜਾਬ ਐਂਡ ਹਾਈ ਕੋਰਟ ਐਜ਼ ਅ ਚੀਫ ਜਸਟਿਸ। ਐਜ਼ ਅ ਚੀਫ ਜਸਟਿਸ। ਵੀਕੈਸਟ, ਕਮਜ਼ੋਰ ਕਿਉਂ? ਦਬਾਅ ਚੱਲਦੇ ਆ? ਦਬਾਅ ਚੱਲਦੇ ਆ ਐਕਚੁਅਲੀ। ਉਹਨਾਂ ਨੂੰ ਨਾ, ਹੀ ਇਜ਼ ਫਰੋਮ ਜਬਲਪੁਰ। ਮੈਂ ਇਹਨਾਂ ਦੇ ਘਰ ਵੀ ਗੇੜਾ ਮਾਰ ਕੇ ਆਇਆ ਸੀ ਪਿੱਛੇ। ਇਹਨਾਂ ਨੇ ਇੱਕ ਮਾਲੀ ਰੱਖਿਆ ਸੀ, ਉਹ ਵਿਚਾਰਾ ਪੇੜ ਤੋਂ ਗਿਰ ਗਿਆ ਸੀਗਾ। ਤੇ ਹੋਇਆ ਕਿ ਜਿਸ ਦਿਨ ਉਹ ਇਨਸੀਡੈਂਟ ਹੋਇਆ, ਕੁਦਰਤੀ ਆਈ ਵਾਜ਼ ਇਨ ਜਬਲਪੁਰ ਦੈਟ ਟਾਈਮ। ਉਹਨਾਂ ਦਾ ਦਿਲ ਨਹੀਂ ਲੱਗਦਾ ਰਵੀ ਸ਼ੰਕਰ ਜੀ ਦਾ। ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਗੱਡੀ ਸਟਾਫ ਕਰਦੇ ਆ, ਨਾਲ ਹੀ ਸਟਾਫ ਚੱਲ ਵੀ ਜਬਲਪੁਰ। ਲੋਕਲ ਬਣਾਇਆ ਹੋਇਆ ਜਬਲਪੁਰ ਇਹਨਾਂ ਨੇ। ਅੱਛਾ, ਹਾਂ ਠੀਕ ਹੈ। ਠੀਕ ਹੈ। ਜਬਲਪੁਰ ਮੱਧ ਪ੍ਰਦੇਸ਼ ਚ, ਮੱਧ ਪ੍ਰਦੇਸ਼, ਹਾਂਜੀ। ਔਰ ਮੇਨ ਰੋਡ ਤੇ ਇਹਨਾਂ ਦਾ ਘਰ ਹੈ। ਅੱਛਾ। ਤੇ ਇੱਕ ਇਹਨਾਂ ਦਾ ਉਹ ਇੱਕ, ਜਦੋਂ ਮੈਂ ਬੀਕੇ ਰਾਏ ਨੂੰ ਮਿਲ ਜਾਣਦਾ ਹੁੰਦਾ ਸੀ, ਇੱਕ ਇੱਥੇ ਰਾਜਵੀਰ ਹੁੰਦਾ ਸੀਗਾ, ਉਹ ਡਰਾਈਵਰ ਹੀ ਸਮਝੋ, ਝੱਲਾ ਜਾ ਹੁੰਦਾ ਸੀਗਾ। ਅੱਜ ਉਹ ਪਬਲਿਕ ਰਿਲੇਸ਼ਨ ਅਫਸਰ ਬਣਿਆ ਹੋਇਆ ਹਾਈ ਕੋਰਟ ਦਾ। ਹਾਂਜੀ, ਪਬਲਿਕ ਰਿਲੇਸ਼ਨ ਅਫਸਰ ਬਣਿਆ। PRO। ਉਹਨੇ ਆਪਣੇ ਸਾਰਾ ਟੱਬਰ ਹੀ ਜੌਬ ਲਗਵਾਤੀ। ਕਿਸੇ ਭਰਾ ਨੂੰ ਜਲੰਧਰ ਐਡਜਸਟ ਕਰਾਤਾ, ਕਿਸੇ ਨੂੰ ਕਿੱਥੇ ਐਡਜਸਟ ਕਰਾਤਾ। ਉਹਦੀ ਤਾਂ ਆਕੜ ਐਸੀ ਹੈ ਕਿ ਤੁਸੀਂ ਉਹਨੂੰ ਗੱਲ ਹੀ ਨਹੀਂ ਕਰ ਸਕਦੇ। ਉਹ ਤਾਂ ਕਹਿੰਦਾ ਮੈਂ ਚੀਫ ਜਸਟਿਸ ਦਾ ਪਿਓ ਆ। ਅੱਛਾ। ਹਾਂ, ਇੱਕ ਹਰਮੀਤ ਹੈਗਾ ਕੋਈ ਸੋਸ਼ਲ ਐਕਟਿਵਿਸਟ, ਉਹਨੂੰ ਡਿਸਮਿਸ ਸਸਪੈਂਡ ਕੀਤਾ ਹੋਇਆ ਹੈ। ਉਹ ਸ਼ਾਇਦ ਤੁਸੀਂ ਚੈੱਕ ਕਰੋਗੇ, ਹਰਮੀਤ ਹੈਗਾ ਉਹ, ਕਾਫੀ ਵੋਕਲ ਹੈ ਜੁਡੀਸ਼ਰੀ ਦੇ ਅਗੇਂਸਟ। ਉਹਨੇ ਇਹਦੀ ਰਾਜਵੀਰ ਦੀ ਚੰਗੀ ਤਰ੍ਹਾਂ ਇਹਦੀ ਮੰਜੀ ਠੋਕੀ ਹੋਈ ਹੈ ਰੱਜ ਕੇ। ਉਹਦੇ ਕੋਲ ਪੂਰਾ ਰਿਕਾਰਡ ਹੈ, ਸਾਰੀ ਜੁਡੀਸ਼ੀਅਲ ਅਪਾਇੰਟਮੈਂਟ ਕੀਤੀਆਂ। ਰਵੀ ਸ਼ੰਕਰ ਦੀ ਪ੍ਰੋਬਲਮ ਪਤਾ ਕੀ ਹੈ ਭਰਾ ਜੀ, ਇਹ ਬੇਸਿਕਲੀ ਹੀ ਇਜ਼ ਅਨਫਿਟ ਫॉर ਜੁਡੀਸ਼ੀਅਲ ਸਰਵਿਸਿਜ਼। ਇਹ ਗਲਤੀ ਨਾਲ ਪਾਸ ਕਰ ਲਈ। ਇਹ ਗਲਤੀ ਨਾਲ ਬਸ ਕੁਛ ਕਹਿੰਦੇ ਪਿਛਲੇ ਜਨਮ ਦਾ ਕੋਈ ਰੱਬ ਦਾ ਕਲੀਅਰ ਕਰਨਾ ਉਹਨਾਂ ਅਕਾਊਂਟ, ਇਹ ਆ ਗਏ ਹੈ। ਠੀਕ ਹੈ, ਸੋਨੇ ਦੇ ਸੁਹਾਗਾ। ਠੀਕ ਹੈ, ਕੋਈ ਇਹਨਾਂ ਦੀ ਪੁੱਛ ਨਹੀਂ ਹੈ। ਇਹਨਾਂ ਦਾ ਸਾਰਾ ਦਿਨ ਮਾਈਂਡ ਜਬਲਪੁਰ। ਹੀ ਸੋ ਕਨਫਿਊਜ਼ ਪਰਸਨੈਲਿਟੀ। ਠੀਕ ਹੈ ਜੀ, ਮੈਂ ਉੱਪਰ ਕਹਿੰਦਾ ਮੈਨੂੰ ਮਿਲ ਲਓ ਜੀ ਆ ਕੇ, ਚੀਫ ਜਸਟਿਸ ਸਾਹਿਬ ਮੈਨੂੰ ਮਿਲ ਲਓ ਆ ਕੇ, ਲੈਟਸ ਹੈਵ ਏ ਮੀਟਿੰਗ। ਸਾਰੇ ਜੱਜਿਸ ਜਿਹੜੇ ਤੁਹਾਡੇ ਆ ਬੁਲਾ ਲਓ ਕਮੇਟੀ ਰੂਮ 'ਚ। ਕਿੱਥੇ ਰੱਖੋਗੇ? ਜਬਲਪੁਰ? ਨਹੀਂ, ਇੱਥੇ ਰੱਖ ਲਾਂਗੇ, ਹਾਈ ਕੋਰਟ ਦਾ ਕਮੇਟੀ ਰੂਮ ਹੈਗਾ। ਠੀਕ ਹੈ। ਹਾਂ, ਉੱਥੇ ਬੁਲਾ ਲਾਂਗੇ ਆਪਾਂ। ਅੱਛਾ, ਜਸਟਿਸ ਗੁਪਤਾ ਹੈ ਗੁਪਤਾ ਭਰਾ ਜੀ, ਬੇਸਿਕਲੀ ਹੀ ਵਾਜ਼ ਵੈਰੀ ਬਾਇਸ ਟੁਵਰਡਸ ਲਾਅ। ਉਹੀ ਨੇ, ਇਹ ਤਾਰਾਚੰਦ ਗੁਪਤਾ ਵਾਲੇ ਬੇਟੇ ਨੇ ਕਿ ਦੂਜੇ ਕੋਈ ਉਹਨੇ? ਨਹੀਂ, ਤਾਰਾਚੰਦ ਗੁਪਤੇ ਦੇ ਰਿਸ਼ਤੇਦਾਰ ਸੀਗੇ। ਉਹ ਤਾਂ ਰਜੇਸ਼ ਗੁਪਤਾ ਤਾਂ ਆਪਣਾ ਐਡਵੋਕੇਟ ਹੈ ਨਾ, ਖਰੜ ਵਾਲਾ। ਹਾਂ, ਉਹ ਨਹੀਂ ਹੈ, ਇਹ ਅਲੱਗ ਹੈ। ਇਹ ਦੂਜੇ ਨੇ? ਇਹ ਦੂਸਰੇ ਹੈ, ਰਾਜਨ ਗੁਪਤਾ ਅਲੱਗ ਹੈ। ਅੱਛਾ। ਤੇ ਹੁਣ ਇਹ ਸੀਗਾ ਕਿ ਇਹ ਵੀ ਤਕਦੀਰ ਦੇ, ਐਕਚੁਅਲੀ ਪਤਾ ਕੀ ਚੱਕਰ ਕੀ ਹੈ, ਮੈਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਰਿਹਾ। ਪੰਜਾਬ ਐਂਡ ਹਾਈ ਕੋਰਟ 'ਚ ਜਿਹੜੀ ਮੈਕਸਿਮਮ ਲੌਬੀ ਹੈ ਨਾ, ਉਹ ਡੋਮੀਨੇਟ ਹੈ ਬਾਣੀਆਂ ਲੌਬੀ। ਮਿੱਤਲ, ਬੰਸਲ, ਅਗਰਵਾਲ, ਗੋਇਲ, ਇਹਨਾਂ ਦੀ ਡੋਮੀਨੈਂਸ ਬਹੁਤ ਜ਼ਿਆਦਾ ਹੈ। ਕਿਉਂਕਿ ਇਹ ਤਕਰੀਬਨ ਸਾਰੀ ਜਿਹੜੀ ਬਾਣੀਆਂ ਫੈਮਿਲੀ ਹੈ ਨਾ, ਦੇ ਆਰ ਲਿੰਕਡ ਵਿਦ BJP। ਇਹ ਸ਼ਾਖਾ ਦੇ ਮੈਂਬਰ ਹੈ। ਇਹਨਾਂ ਦੇ ਮਤਲਬ 3 ਜਨਰੇਸ਼ਨਾਂ BJP 'ਚ ਹੈ। ਕੀ ਸੰਗੀ ਨੇ ਸਾਰੇ? ਸੰਗੀ ਹੈ, ਮੈਕਸਿਮਮ ਸੰਗੀ ਹੈ ਭਰਾ ਜੀ। ਕੋਈ, ਮੈਂ ਆਪਣੀ ਲਾਈਫ ਟਾਈਮ 'ਚ ਦੇਖੋ, ਮੇਰਾ 19 ਸੈਕਟਰ ਜਨਮ ਹੋਇਆ, ਮੈਂ ਜਦ ਦਾ ਹੋਸ਼ ਸੰਭਾਲਿਆ, ਮੈਜੋਰਟੀ ਆਫ ਅਗਰਵਾਲਸ, ਮਿੱਤਲਸ, ਗੋਇਲ, ਬੰਸਲ, ਤੇ ਇੱਕ ਗੋਇਲ ਹੁੰਦਾ GOYAL, ਇੱਕ ਹੁੰਦਾ GOEEL। ਇਹਦੇ 'ਚ ਵੀ 2 ਡਿਫਰੈਂਸ ਹੁੰਦੇ ਆ। ਠੀਕ ਹੈ, ਹੈ ਤਾਂ ਬਾਣੀਆਂ ਹੀ ਸਾਰੇ ਹੁੰਦੇ ਬਾਣੀਆਂ, ਲੇਕਿਨ ਅਗਰਵਾਲਾਂ ਦੇ ਵਿੱਚ ਵੀ ਕਈ ਚੰਗੇ ਵੀ ਬੰਦੇ ਹੈ। ਦੇ ਆਰ ਵੈਰੀ ਲਾਅ ਅਬਾਈਡਿੰਗ। ਗਰਗ ਇਹਨਾਂ 'ਚ ਸਭ ਤੋਂ ਜ਼ਿਆਦਾ ਸ਼੍ਰੇਸ਼ਟ, ਜਿਨ੍ਹਾਂ 'ਚ ਦੀਨਮਾਨ ਬਚਿਆ ਹੋਇਆ। ਮਤਲਬ ਗਰਗ ਜਿਹੜੀ ਫੈਮਿਲੀ ਹੈ, ਮੇਰੇ ਲਾਈਫ ਟਾਈਮ 'ਚ ਮੈਂ ਆਪਣਾ ਐਕਸਪੀਰੀਅੰਸ ਦੱਸ ਰਿਹਾ, ਗਰਗ ਜਿਹੜੇ ਫੈਮਿਲੀ ਹੈ ਸਰਵਸ਼੍ਰੇਸ਼ਟ ਬਾਣੀਆਂ 'ਚ ਹੈ। ਉਸ ਤੋਂ ਬਾਅਦ ਅਗਰਵਾਲ। ਜਿਹੜੇ ਮਿੱਤਲ ਹੈ, 1 ਨੰਬਰ ਦੇ ਠੱਗ। ਕਹਾਵਤ ਕਹੀ ਜਾਂਦੀ ਨਾ, ਕਹਿੰਦੇ ਆਇਓ ਕੀ ਲੈ ਕੇ ਜਾਓਗੇ ਕੀ ਦੇ ਕੇ। ਹੁਣ ਜਿਵੇਂ ਜਦੋਂ ਬੰਦਾ ਬੈਠਣ ਲੱਗਦਾ ਕੀ ਦੇ ਰਹੇ ਹੋ, ਉੱਠਣ ਲੱਗਦਾ ਕੀ ਦੇ ਰਹੇ ਹੋ। ਹੁਣ ਜਿਵੇਂ ਜੱਟਾਂ 'ਚ ਭਰਾ ਜੀ, ਜੱਟਾਂ 'ਚ ਮਾਨ, ਮਿਤਨਾ ਤੇ ਚਹਿਲ, ਇਹ ਪੰਜਾਬ 'ਚ ਕਹਾਵਤ ਹੈ। ਮਾਨ ਜਿਹੜੀ ਹੁੰਦੀ ਨਾ ਕਾਸਟ, ਇਹ ਕਿਸੇ ਦੇ ਮਿੱਤ ਨਹੀਂ ਹੁੰਦੇ। ਠੀਕ ਹੈ। ਇੱਕ ਚਹਿਲ, ਜੱਟਾਂ ਦੇ ਵਿੱਚ ਕਦੀ ਵੀ ਰਿਸ਼ਤਾ ਮਾਨ ਤੇ ਚਹਿਲ 'ਚ ਜਦੋਂ ਵੀ ਕੁੜੀ ਦਿੰਦੇ ਆ ਨਾ, ਬਹੁਤ ਸੋਚ ਸਮਝ ਕੇ ਦਿੰਦੇ ਆ, ਨਹੀਂ ਤਾਂ ਭੱਜ ਭੁੱਜ ਕੇ ਸ਼ਾਦੀ ਕਰ ਲੈਂਦੇ ਆ। ਜਸਟਿਸ ਤਿਵਾੜੀ ਬਾਰੇ ਕੀ ਕਹਿੰਦੇ ਹੋ? ਜਸਟਿਸ ਤਿਵਾੜੀ ਤਾਂ ਇਹਦਾ ਚਾਚਾ ਸੀਗਾ, ਮਨੀਸ਼ ਤਿਵਾੜੀ ਦਾ, ਕਾਂਗਰਸ ਦਾ।
ਐਮਪੀ ਜਿਹੜੇ ਹੈਗੇ ਐਮਪੀ ਸੀਗੇ। ਮੈਂ ਇਹਨੂੰ ਦਾਦਾ ਜਾਣਦਾ, ਇਹਦੇ ਕੋਲ ਐਕਟੀਵਾ ਹੁੰਦਾ ਸੀਗਾ। ਹੀ ਇਜ਼ ਐਕਚੁਅਲੀ ਗੁੱਡ ਰੀਡਰ। ਇਹਨਾਂ ਕੋਲ ਐਕਟੀਵਾ ਹੁੰਦਾ ਸੀਗਾ ਤੇ ਹੀ ਇਜ਼ ਅ ਵੈਰੀ ਕੂਲ ਗਾਏ। ਇਹਨਾਂ ਨੇ ਆਣਾ, ਇਹਨਾਂ ਕੋਲ 2-4 ਕੇਸ ਹੁੰਦੇ ਸੀਗੇ ਤੇ ਹੀ ਇਜ਼ ਅ ਸਮੋਕਰ। ਨਹੀਂ, ਇਹਨਾਂ ਦੇ ਫਿਰ ਫਾਦਰ ਜਿਹੜੇ ਮਰਡਰ ਕੀਤਾ ਗਿਆ ਸੀ ਇਹਨਾਂ ਦੇ ਬ੍ਰਦਰ ਦਾ, ਨਹੀਂ ਉਹ ਵਿਸ਼ਵਨਾਥ ਤਿਵਾੜੀ ਸੀਗੇ, ਮਨੀਸ਼ ਤਿਵਾੜੀ ਦੇ ਫਾਦਰ ਜਿਹੜੇ ਮਨੀਸ਼ ਤਿਵਾੜੀ ਦੇ, ਉਹੀ ਮੈਂ ਕਹਿ ਰਿਹਾ, ਉਹ ਪ੍ਰੋਫੈਸਰ ਸੀ। ਹਾਂ, ਪੰਜਾਬ ਯੂਨੀਵਰਸਿਟੀ ਦੇ ਸੀਗੇ ਉਹ। ਅੱਛਾ। ਬੇਸਿਕਲੀ ਹੀ ਵਾਸ ਅ ਐਮੀਨੈਂਟ ਸਕਾਲਰ ਆਲਸੋ। ਉਹਨਾਂ ਨੇ ਪੰਜਾਬੀਅਤ ਤੇ ਬਹੁਤ ਕੀਤਾ ਸੀ। ਜਿਸ ਦਿਨ ਉਹਨੂੰ ਸ਼ੂਟ ਕੀਤਾ, ਅਸੀਂ 8 ਸੈਕਟਰ ਰਹਿੰਦੇ ਸੀ, ਮੇਰੀ ਚੱਪਲ ਟੁੱਟ ਗਈ ਸੀ, ਮੈਂ ਪੈਦਲ ਗਿਆ ਸੀ 8 ਸੈਕਟਰ ਤੋਂ ਉਹਨਾਂ ਦੇ ਘਰ। ਪੰਜਾਬ ਯੂਨੀਵਰਸਿਟੀ। ਅੱਛਾ, ਠੀਕ ਹੈ ਨਾ। ਮਨੀਸ਼ ਇਜ਼ ਮਾਈ ਚਾਈਲਡਹੁੱਡ ਫਰੈਂਡ। ਮਨੀਸ਼ ਤਿਵਾੜੀ ਇੱਕ ਮੇਰਾ ਮੱਲ ਫਰੈਂਡ ਹੁੰਦਾ ਸੀਗਾ ਉਹ, ਤੇ ਉਹ ਰਾਖਾ ਗੀਰਾ ਨਹੀਂ ਹੈ ਜਿਹੜੀ ਸੀਗੀ, ਐਸਪੀ ਹੈ ਹੁਣ ਸ਼ਾਇਦ। ਐਸਪੀ ਹੈ ਹਾਂ। ਉਹ ਪੰਡਤ ਦੇਵਦਾਸ ਸ਼ਰਮਾ ਸਾਡੇ ਫੈਮਿਲੀ ਫਰੈਂਡ ਸੀ। ਉਹ ਉਹ ਕੀ ਸੀ ਨਾ, ਇਹਦਾ ਬ੍ਰਦਰ ਸੀਗਾ ਪੱਪੂ। ਡੀਐਸਪੀ ਡੈਥ ਹੋ ਗਈ ਸੀ ਉਹਦੀ ਐਕਸੀਡੈਂਟ 'ਚ। ਰਾਕਾ ਦੇ ਪ੍ਰਕਾਸ਼ਨ ਡੀਐਚ ਦਾ ਮੁੰਡਾ। ਹਾਂ ਪੱਪੂ, ਉਹਦੀ ਡੈਥ ਹੋ ਗਈ ਸੀਗੀ। ਠੀਕ ਹੈ। ਫਿਰ ਇਹ ਤੁਹਾਡਾ ਟੀਪੀਐਸ ਮਾਨ ਐਡਵੋਕੇਟ, ਇਹ ਇਹਨਾਂ ਦੇ ਸਾਰੇ ਐਕਚੁਅਲੀ ਸਾਡਾ ਬਚਪਨ ਦੇ ਸਾਰੇ ਚਾਈਲਡਹੁੱਡ ਫਰੈਂਡ ਸੀ ਅਸੀਂ ਸਾਰੇ। ਤੇ ਜਿਸ ਦਿਨ ਤਿਵਾੜੀ ਸਾਹਿਬ ਨੂੰ ਸਵੇਰੇ ਗੋਲੀ ਮਾਰੀ ਹੈ ਤੇ ਉਹਦੇ ਦਿਨ ਤੇ ਭਰਾ ਜੀ ਪੈਸੇ ਤਾਂ ਹੁੰਦੇ ਨਹੀਂ ਸੀਗੇ, 50-60 ਪੈਸੇ ਸੀ। ਚੱਪਲ ਟੁੱਟ ਗਈ। ਮੈਨੂੰ ਅੱਜ ਵੀ ਇਨਸੀਡੈਂਟ ਯਾਦ ਹੈ। ਸਵੇਰੇ ਸਵੇਰੇ ਆਈ ਵਾਕਡ ਫਰੋਮ ਸੈਕਟਰ 8 ਟੂ ਪੰਜਾਬ ਯੂਨੀਵਰਸਿਟੀ ਪੈਦਲ। ਅੱਛਾ। ਜਸਟਿਸ ਵੀਕੇ ਬਾਲੀ। ਵੀਕੇ ਬਾਲੀ ਵਾਜ਼ ਬੇਸਿਕਲੀ, ਹੁਣ ਮੈਂ ਇਹਨਾਂ ਦੇ ਬਾਰੇ ਕੀ ਦੱਸਾਂ ਜੀ। ਇਹਨਾਂ ਦੀ ਪ੍ਰੋਬਲਮ ਰਹੀ ਵੀਕੇ ਝਾਂਜੀ ਨਾਲ। ਵੀਕੇ ਝਾਂਜੀ ਤੇ ਵੀਕੇ ਬਾਲੀ ਇੱਟ ਕੁੱਤੇ ਦਾ ਬੈਰ ਸੀ ਆਪਸ 'ਚ। ਕਿਉਂਕਿ ਜਦੋਂ ਵੀਕੇ ਬਾਲੀ ਜੱਜ ਸੀਗਾ, ਉਹ ਹਮੇਸ਼ਾ ਝਾਂਜੀ ਨੂੰ ਕਰਦੇ ਸੀਗੇ ਕੇਸਿਸ। ਇਹ ਬੜੀ ਅੱਜ ਕੱਲ੍ਹ ਪੰਜਾਬ ਨਾਲ ਹਾਈ ਕੋਰਟ 'ਚ ਨਾ ਇਹ ਬੜੀ ਅਜੀਬ ਜੀ ਸਿਚੁਏਸ਼ਨ ਹੈ। ਅਲਟੀਮੇਟਲੀ ਇਹਦੇ 'ਚ ਨੁਕਸਾਨ ਕਲਾਇੰਟਾਂ ਦਾ ਹੁੰਦਾ, ਨੁਕਸਾਨਾਂ ਦਾ ਹੁੰਦਾ। ਹੁਣ ਮੈਂ ਤੁਹਾਨੂੰ ਦੱਸਦਾ ਫॉर योर ਕਾਈਂਡ ਇਨਫੋਰਮੇਸ਼ਨ। ਵੀਕੇ ਬਾਲੀ ਦੇ ਜਿਹੜੇ ਬੇਟੇ ਪੁਨੀਤ ਬਾਲੀ ਹੈ, ਉਹੀ ਨੇ ਜਿਨ੍ਹਾਂ ਦਾ ਇੱਕ ਉਹ ਬੜੀ ਫੇਮਸ ਡਾਂਸਰ ਰਹੀ ਆਪਣੇ ਟਾਈਮ ਦੀ ਐਡਵੋਕੇਟ ਗਿਤਾਂਜਲੀ ਗੀਤੂ, ਉਹੀ ਹੈ ਵਾਈਫ? ਵਿਆਹ ਹੋਇਆ ਸੀ ਕਿ ਹੋਰ ਕੋਈ ਨੇ ਇਹ? ਨਹੀਂ, ਉਹ ਇਹਨਾਂ ਦੀ ਵਾਈਫ ਤਾਂ ਗੁਜਰਾਤ ਤੋਂ ਹੈ। ਅੱਛਾ। ਹੁਣ ਸੁਣਿਆ ਮੈਂ ਇਹਨਾਂ ਦਾ ਡਿਵੋਰਸ ਵੀ ਹੋ ਗਿਆ ਪੁਨੀਤ ਬਾਲੀ ਦਾ। ਹਾਂਜੀ। ਅੱਛਾ। ਹਾਂ, 18 ਚ ਰਹਿੰਦੇ ਆ। ਮੁੜ ਕੇ ਦੁਬਾਰਾ ਹੋਇਆ ਵਿਆਹ ਇਹਨਾਂ ਦਾ? ਮੈਂ ਹੁਣ ਸੁਣਿਆ ਕਿ ਹੀ ਇਜ਼ ਗੋਇੰਗ ਅਲੋਂਗ ਵਿਦ ਸਮ ਸਿੱਖ ਲੇਡੀ, ਸ਼ਾਦੀ ਕਰ ਰਹੇ ਆ। ਅੱਛਾ। ਜਸਟਿਸ ਇਕਬਾਲ ਸਿੰਘ ਦਾ ਇਹਨੇ ਘਰ ਖਰੀਦਿਆ, ਪੁਰਾਣਾ ਘਰ 27 ਚ, ਉੱਥੇ ਸ਼ਿਫਟ ਕਰ ਰਿਹਾ। ਅੱਛਾ। ਪਰ ਇਹਦੀ ਵਾਈਫ ਜਿਹੜੀ ਐਕਚੁਅਲ ਵਾਈਫ ਸੀ ਪੈਵਲਾ ਬਾਲੀ ਹੈ। ਅੱਛਾ। ਸ਼ੀ ਇਜ਼ ਫਰਮ ਗੁਜਰਾਤ। ਉਹ ਐਨਜੀਓ ਚਲਾਉਂਦੀ ਹੈ ਸੇਵ ਗ੍ਰੀਨ ਅਰਥ। ਤੁਹਾਨੂੰ ਯਾਦ ਆ ਜਿਹੜੇ ਉਹ ਟ੍ਰਿਬਿਊਨ ਫਲਾਈਓਵਰ ਤੇ ਅੰਬਾਂ ਦੇ ਪੇੜ ਕੱਟਣ ਲੱਗੇ ਸੀਗੇ? ਬਿਲਕੁਲ ਉਹ ਕਿੰਨਾ ਅਪੋਜ਼ ਕੀਤਾ ਗਿਆ। ਅਪੋਜ਼ ਕੀਤਾ ਗਿਆ। ਸ਼ੀ ਇਜ਼ ਦਾ ਫੋਰਸ ਬਿਹਾਈਂਡ। ਅੱਛਾ। ਹਾਂ, ਸ਼ੀ ਇਜ਼ ਅ ਵੈਰੀ ਸਟਰੋਂਗ ਲੇਡੀ। ਖੈਰ ਮੈਂ ਉਹਨਾਂ ਨੂੰ ਮਿਲਿਆ ਨਹੀਂ, ਬਟ ਆਈ ਹਰਡ ਅਬਾਊਟ ਹਿਮ। ਬਾਲੀ ਸਾਹਿਬ ਵੀ ਕਹਿੰਦੇ ਪੁੱਤਰ ਮੋਚ ਫਸੇ ਰਹੇ ਸੀਗੇ ਇਹਨੂੰ ਜਦੋਂ ਪੇਪਰ ਪੂਪਰ ਕਲੀਅਰ ਕਰਾਏ ਸੀਗੇ। ਦੇਖੋ ਮੈਂ ਸਪੋਰਟਸ ਕੋਟਾ ਵਾਲੀ ਗੇਮ। ਨਹੀਂ, ਮੈਂ ਤੁਹਾਨੂੰ ਦੱਸਦਾ ਇਹਦੇ ਚ ਕੇਸ ਕੀ ਸੀਗਾ ਜੀ, ਕਿ ਮੈਂ ਕਿਉਂ ਵੀਕੇ ਬਾਲੀ ਦੇ ਮੁੰਡੇ ਤੇ ਪੁਨੀਤ ਦੇ ਬਾਲੀ ਪਿੱਛੇ ਪਿਆ। ਇਹਦੇ ਚ 2-3-4 ਇਸ਼ੂ ਸੀਗੇ। ਕਿ ਇੱਕ ਤਾਂ ਪੁਨੀਤ ਬਾਲੀ ਜਿਹੜਾ ਹੈ, ਹੀ ਸਪੋਰਟਸ ਕ੍ਰਿਮੀਨਲਸ। ਅੱਛਾ। ਸ਼ਾਇਦ ਸ਼ਹਿ ਦਿੰਦੇ ਆ। ਇਹ ਇੰਨੀ ਕੁ ਬੰਦਾ ਬੈਂਚ ਹੰਟਿੰਗ ਕਰਦਾ ਹੈ। ਇੱਥੇ ਜਸਟਿਸ ਮਹੇਸ਼ ਗਰੋਵਰ ਹੁੰਦੇ ਸੀ। ਇੰਨੇ ਗਰੀਸ਼ ਅਗਨੀਹੋਤਰੀ ਜਿਹੜਾ ਜੱਜ ਡਿਊਰਿੰਗ ਵਿੰਟਰ ਰੋਸਟਰ, ਇਹਨਾਂ ਨੇ ਇੰਨਾ ਸਲੌਟਰ ਕੀਤਾ ਜਸਟਿਸ ਸਿਸਟਮ ਨੂੰ। ਮੈਂ ਓਪਨਲੀ ਕਹਿ ਰਿਹਾ ਤੁਹਾਨੂੰ, ਮਹੇਸ਼ ਗਰੋਵਰ ਨੂੰ ਮੈਂ ਆਪਣੀ ਅੱਖਾਂ ਨਾਲ ਦੇਖਿਆ ਹੋਇਆ, ਸਕੂਟਰ ਤੇ ਘੁੰਮਦੇ ਹੋਏ ਨੂੰ ਮੈਂ ਆਪਣੀ ਅੱਖਾਂ ਨਾਲ ਦੇਖਿਆ। ਅੱਜ ਤੁਸੀਂ 18 ਸੈਕਟਰ ਉਹਦੇ ਘਰ ਜਾ ਕੇ ਦੇਖ ਕੇ ਆਓ, ਉਹਦੀ ਕਿੰਨੀ ਕੁ ਗੱਡੀਆਂ ਖੜੀਆਂ ਅੰਦਰ, ਜਾ ਕੇ ਦੇਖ ਕੇ ਆਓ। ਫਰਮ ਵੇਅਰ ਹੀ ਗॉट ਦਾ ਮਨੀ। ਮੈਂ ਤਾਂ ਜਸਟਿਸ ਮਹੇਸ਼ ਗਰੋਵਰ ਨੂੰ ਕਿਸੇ ਕੰਡੀਸ਼ਨ ਪਿੱਛੇ, ਕੋਈ ਉਹਨਾਂ ਦੀ ਫੈਮਿਲੀ ਚੋਂ ਬੰਦਾ ਮੇਰੇ ਘਰ ਆ ਗਿਆ ਸੀ ਕਿ ਤੁਸੀਂ ਹੀ ਇਜ਼ ਅ ਰਿਟਾਇਰਡ ਮੈਨ, ਉਹਨਾਂ ਨੂੰ ਛੱਡ ਦਿਓ, ਅਦਰਵਾਈਜ਼ ਉਹਦੇ ਵਾਸਤੇ ਕੋਈ ਲੀਨੀਅੰਸੀ ਨਹੀਂ ਸੀ। ਤਸੱਲੀ ਕਰਾ ਦੇਣੀ ਸੀ। ਮੈਂ ਤਸੱਲੀ ਚੰਗੀ ਕਰਾ ਦੇਣੀ ਸੀ। ਮੇਰੇ ਕੋਲ ਉਹ ਡਾਕੂਮੈਂਟ ਪਿਆ। ਅੱਜ ਵੀ ਮੈਂ ਅਗਰ ਆਈਟੀ 'ਚ ਭੇਜਦਾ ਨਾ, ਈਡੀ 'ਚ ਭੇਜਦਾ, ਤੇ ਸਾਰਾ ਟੱਬਰ ਅੰਦਰ ਹੋ ਜਾਏਗਾ। ਇਹਨੂੰ ਐਕਸਪਲੇਨ ਕਰਨਾ, ਬੇਸ਼ੱਕ ਤੂੰ ਹਾਈ ਕੋਰਟ ਦਾ ਜੱਜ ਹੈ, ਇਹਨੂੰ ਜਾਨ ਛੁਡਾਉਣੀ ਮੁਸ਼ਕਿਲ ਹੋ ਜਾਣੀ ਹੈ। ਇਹ ਬੈਂਚ ਫਿਕਸਿੰਗ ਕਰਦਾ ਸੀ ਪੁਨੀਤ ਬਾਲੀ, ਗਰੀਸ਼ ਅਗਨੀਹੋਤਰੀ। ਪੁਨੀਤ ਬਾਲੀ ਨੂੰ ਮੈਂ ਕਿਉਂ ਜੱਜਸ਼ਿਪ ਤੋਂ ਰਿਮੂਵ ਕੀਤਾ, ਉਹਦਾ ਇੱਕ ਰੀਜ਼ਨ ਸੀਗਾ। ਇਸ ਕਰਕੇ ਕਿ ਪਹਿਲੀ ਗੱਲ ਤਾਂ ਦਿਸ ਮੈਨ ਵਾਜ਼ ਹੈਵਿੰਗ ਓਨਲੀ 48% ਮਾਰਕਸ। ਇਹ ਤੋਂ BA ਪਾਸ ਨਹੀਂ ਹੋ ਰਹੀ ਸੀਗੀ। ਇਹਨੇ 5% ਨੰਬਰ ਸਪੋਰਟਸ ਵਾਸਤੇ ਲੈਣ ਵਾਸਤੇ ਇਹਦੇ ਪਿਓ ਨੇ, ਹੁਣ ਦੇਖੋ ਅਗਰ ਹਾਈ ਕੋਰਟ ਦਾ ਜੱਜ ਹੈ ਭਰਾ ਜੀ, ਮੇਰਾ ਪਿਓ ਹਾਈ ਕੋਰਟ ਦਾ ਜੱਜ ਹੈ,
ਠੀਕ ਹੈ, ਤੇ ਮੈਨੂੰ ਕਿਉਂ ਨਹੀਂ ਕਾਲਜ ਐਡਮਿਸ਼ਨ ਮਿਲੇਗੀ? ਮੇਰੇ ਬੱਚੇ ਗਵਰਨਮੈਂਟ ਸਕੂਲ 'ਚ ਨਹੀਂ ਐਡਮਿਸ਼ਨ ਮਿਲੀ, ਤੁਹਾਡੇ ਬੱਚੇ ਗਵਰਨਮੈਂਟ ਸਕੂਲ ਨਹੀਂ। ਜਨਤਾ ਦੇ ਮੈਨੂੰ ਦਿਖਾਓ ਕਿੰਨੇ ਕੁ ਬੱਚਿਆਂ ਨੂੰ ਕਨਵੈਂਟ ਸਕੂਲ 'ਚ ਐਡਮਿਸ਼ਨ ਮਿਲਦੀ ਹੈ, ਕਿਉਂਕਿ ਯੂ ਹੈਵ ਏ ਸੋਸ਼ਲ ਟੈਗ ਕਿ ਹੀ ਇਜ਼ ਸਨ ਆਫ ਸਿਟਿੰਗ ਜੱਜ। ਅਗਲਾ ਕਹਿੰਦਾ ਛੱਡੋ ਯਾਰ, ਕੀ ਪੰਗਾ ਲੈਣਾ ਜੁਡੀਸ਼ਰੀ ਨਾਲ। ਇਹ ਗਲਤ ਅਪਰੋਚ ਹੈ ਦੁਨੀਆ ਦੀ। ਯੂ ਮਸਟ ਕਮ। ਅਗਰ ਤੁਹਾਡੇ ਬੱਚੇ ਦੇ 80% ਨੰਬਰ ਹੈ, ਕਿਸੇ ਜੱਜ ਦੇ ਮੁੰਡੇ ਦੇ 48% ਨੰਬਰ ਹੈ, ਯੂ ਮਸਟ ਰੇਜ਼ ਯੋਰ ਵੋਇਸ। ਕਿਉਂ? ਵਾਈ ਡਿਸਪੈਰਿਟੀ ਆਫ ਐਜੂਕੇਸ਼ਨ? ਇੱਕ ਬੱਚਾ ਕੈਪੇਬਲ ਹੈ, ਇਹਦਾ ਮਤਲਬ ਪੁਨੀਤ ਬਾਲੀ ਨੇ ਆਪਣਾ ਇਨਫਲੂਐਂਸ ਯੂਜ਼ ਕਰਕੇ, ਤੁਸੀਂ ਦੇਖੋ 48% ਨੰਬਰ ਲੈ ਕੇ ਕਿੰਨੇ ਬੱਚਿਆਂ ਦਾ ਫਿਊਚਰ ਤਬਾਹ ਕੀਤਾ ਉਹਨਾਂ ਨੇ, ਜਿਹੜੇ ਇੰਸਪਾਇਰਿੰਗ ਹੋਣੇ ਆ। ਅਗਰ ਇਹ ਭਰਾ ਜੀ ਅੱਜ ਅਗਰ ਮੈਨੂੰ ਨਾ ਇਹਦੇ 'ਤੇ ਐਕਸ਼ਨ ਲੈਂਦਾ, ਇਹਨੇ ਯੰਗੈਸਟ ਚੀਫ ਜਸਟਿਸ ਰਿਟਾਇਰ ਹੋਣਾ ਸੀ ਸੁਪਰੀਮ ਕੋਰਟ ਦਾ, ਔਰ ਇਹਨੇ, ਮੈਂ ਵਰਡ ਨਹੀਂ ਯੂਜ਼ ਕਰ ਸਕਦਾ, ਇਹਨੇ ਸਿਸਟਮ ਨੂੰ ਸਲੌਟਰ ਕਰ ਦੇਣਾ ਸੀਗਾ, ਮਾਰ ਦੇਣਾ ਸੀ ਇੰਡੀਆ 'ਚ। ਇੱਕ ਹੁੰਦਾ ਸਤਿਆਨਾਸ਼, ਇੱਕ ਸਰਵ ਸਤਿਆਨਾਸ਼। ਸਰਵ ਸਤਿਆਨਾਸ਼। ਹੁਣ ਜਦੋਂ ਮੈਂ ਇਹਦਾ ਨਾਮ ਐਲੀਵੇਸ਼ਨ ਵਾਸਤੇ ਗਿਆ, ਮੈਂ ਕ੍ਰਿਸ਼ਨ ਮੁਰਾਰੀ ਜੀ ਚੀਫ ਜਸਟਿਸ ਸੀਗੇ, ਮੈਂ ਉਹਨਾਂ ਨੂੰ ਮਿਲਿਆ। ਹੀ ਗੇਵ ਮੀ ਓਨਲੀ 10 ਮਿੰਟਸ, ठीक है। तो मैं उन्होंने कहा जी कि मेरा नाम प्रदीप शर्मा, कहते मैं जानता हूँ आपके बारे में। मैं क्या आपको ये भी पता होगा कि आपका जो फर्स्ट वर्ड है और मेरी माँ का नाम सेम है। मेरी माँ का नाम भी कृष्णा शर्मा सी, यू आर कृष्णा, मेरी माँ का नाम भी कृष्णा शर्मा सीगा, तुसी कृष्णा मुरारी हो। सिर्फ ये है कि थोड़े हाथ 'ਚ वो बंसरी नहीं है, तुसी काले चिट्टे कोट पा के चीफ जस्टिस हो। तो मैं उन्होंने हाथ जोड़ के आया सी कि तुसी जिहड़ा ये नाम रिकमेंड किया इहनूं वापस लो। वो कहंदे कि शर्मा जी मैं इहदे 'ਚ कुछ नहीं कर सकता। नीचे नाम भेज सकते हो तो वापस क्यों नहीं लै सकते? कहंदे मैं नहीं लै सकदा, मैं ऑलरेडी नाम इहदा रिकमेंड करके भेजता है। तुसी हुण जो अगे कार्रवाई है, जिवें जजिज ने कहना हुंदा है कि तुसी अगे कोई लीगल रैमडी है लैनी है, लै लो। लीगल रैमडी कित्थों लैनी है जदों चीफ जस्टिस ने नाम सील करके कोलीजियम नूं भेजता सुप्रीम कोर्ट। कोलीजियम ने देखना है कि ठीक है भी ये आ चीफ जस्टिस का मुंडा है, आ पोता है, आ साली है, ये मामी है, आ चाची है, ताई है, ठीक है जी। अगर 10 नाम है, 9 नाम तो ये इन्हां दे अपने चेले चकारियां दे हुंदे हैं। उन्हां नूं की है, उन्होंने नाम क्लीयर करके प्रेजिडेंट नूं भेज देना। प्रेजिडेंट की है, स्टैंप उन्हें कर देना, मिनिस्ट्री ऑफ लॉ ने इशू कर देने। इत्थे आना है तो आके चीफ जस्टिस ने ओथ दे देनी है, तुसी बैठ गए, तुसी खत्म। हुण जदों मैं एफिडेविट पाया तो तकरीबन सारी जगह सर्कुलेट होया। कोई उत्थे चीफ जस्टिस सीगे जी वॉज नोन टू मी, क्योंकि इत्थे रह के गया, उन्होंने काफ़ी पैंक्रिस की प्रॉब्लम सीगी। तो आई मैट हिम आई थिंक 1 और 2 उन्होंने काफ़ी प्रॉब्लम सी, स्टूल बड़ी मुश्किल नाल पास होंदा सीगा। तो मैं नाम नहीं लैंदा, किसी ने उन्होंने बड़ी सेवा की सीगी, वो साडे नो नहीं सीगे। तो उन्होंने मेरे बारे पता है, तकरीबन सारे सुप्रीम कोर्ट हाई कोर्ट जजां नूं पता है कि एक चंडीगढ़ च प्रदीप शर्मा है कि हरेक जज की ये कंप्लेंट करता है। पहले वो सोचते थे कि हैबिचुअल कंप्लेनेंट है। जदों मैं स्लोली इन्हां दे डॉकूमेंट, इन्हां दे नाले खोलने शुरू किए कि कित्थों आए हैं, दैन दे स्टार्टेड ट्रस्टिंग मी कि नो ही इज़ नॉट ए हैबिचुअल। पंजाबी च कहिए जो पोतड़े फोलते। हाँ, जदों मैं विद प्रूफ शो करने शुरू किए, फिर उन्होंने पता लग गया कि ही इज़ नॉट ए हैबिचुअल कंप्लेनेंट। हुण पुनीत बाली अपने प्यो नूं लैके उत्थे पहुँच गया रंजन गोगोई दे। रंजन गोगोई नाल 3-4 जजिस होर सीगे। उन्हें कहा कि जी मेरा बेटा बड़ा कैपेबल है जी, फलाना है टिमका। मैं उन्होंने कहा रंजन गोगोई जी देखो वी बिन कलीग्स टुगैदर, यू बिन फ्रॉम सेम कोर्ट जिथों मैं आया, तो आई रिस्पैक्ट यू एज ए जज, लेकिन असी ये एफिडेविट आया प्रदीप शर्मे का, ਇਹਦਾ ਤੁਸੀਂ ਇਹ पढ़ के सानू दसो की है कि ਤੁਹਾਡਾ बेटा सिर्फ 48% मार्क्स लैके, उस तो बाद ही इज़ नीदर ए बोनाफाइड रेजिडेंट ऑफ हरियाणा नॉर ही स्टडीड इन हरियाणा। हाउ ही प्लेड रणजी ट्रॉफी प्लेयर, हाउ ही बिकेम ए हरियाणा क्रिकेट एसोसीएशन का ये रणजी ट्रॉफी किवें खेल गया, खिडारी बन गया। मैं भरा जी पंजाब का डोमिसाइल होवांगा, मैनू हरियाणे च नहीं मिलेगा, ठीक है। ये 48% नंबर लैके पुनीत बाली सेंट स्टीफन च वड़ गया। फिर इन्हें अपना शो किया, मैं CK नायडू खेले अंडर 18, मेरे को कागज़ पे हैं, मेरा एफिडेविट पे है पूरा, ठीक है। फिर इन्हें क्योंकि किरण चौधरी जी हैगी है बंसी लाल दी, उन्होंने जोड़ा ब्रदर है
ਉਹ ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੈ, ਰਾਓ ਮਹਿੰਦਰ ਚੌਧਰੀ। ਉਹਨਾਂ ਨੂੰ ਵੀ ਮੈਂ 2-3 ਵਾਰ ਮੈਸੇਜ ਕੀਤੇ, ਉਹਨਾਂ ਨੇ ਮੇਰਾ ਕੋਈ ਰਿਪਲਾਈ ਨਹੀਂ ਦਿੱਤਾ। ਮੈਂ ਕਿਹਾ ਮੈਨੂੰ ਇਹ ਤਾਂ ਦੱਸੋ, ਕਹਿੰਦੇ ਜੀ ਸਾਡੀ ਹਰਿਆਣਾ ਕ੍ਰਿਕਟ ਵੈਬਸਾਈਟ ਆ, ਉੱਥੇ ਜਾ ਕੇ ਚੈੱਕ ਕਰ ਲਓ। ਮੈਂ ਕਿਹਾ ਜੀ ਮੈਨੂੰ ਇਹ ਦੱਸੋ, ਨੀਦਰ ਹੀ ਪ੍ਰੀਤ ਬਾਲੀ ਡੋਮਿਸਾਈਲ ਆਫ ਆਪਣਾ ਹਰਿਆਣਾ, nor he studied in any school or colleges, neither he represented any college in national games, how he became a part of Ranji trophy? It means is a fraud। ਕਹਿੰਦੇ ਜੀ I don't want to talk। ਇੱਕ ਸਕਸੇਨਾ ਸੀਗਾ, ਉਹਨੂੰ ਮੈਂ 2-3 ਵਾਰ, ਉਹਨੇ ਫਿਰ ਮੈਨੂੰ ਬਲੌਕ ਲਿਸਟ 'ਚ ਹੀ ਪਾਤਾ ਸੀ, ਕਿਉਂਕਿ ਐਕਸਪੋਜ਼ ਹੋ ਗਏ ਨਾ, ਐਕਸਪੋਜ਼ ਹੋ ਕੇ ਬਲੌਕ ਕਰਤਾ। ਚਲੋ ਐਫੀਡੇਵਿਟ ਗਿਆ, ਰੰਜਨ ਗੋਈ ਨੇ ਇਹਨੂੰ ਪ੍ਰੀਤ ਬਾਲੀ ਦੇ ਪਿਓ ਨੂੰ ਕਿਹਾ ਕਿ ਇਹ ਦੇਖੋ ਜੀ ਐਫੀਡੇਵਿਟ, ਕਿਉਂਕਿ ਉਹ ਕਾਪੀਆਂ ਹੋਰ 4-5 ਜੱਜਿਸ ਨੇ ਵੀ ਦੇਖੀਆਂ। ਦੇ ਵਰ ਸ਼ੌਕਡ। ਅਤੇ ਇਹ ਕਹਿੰਦਾ ਕਿ ਕੋਈ ਨਹੀਂ ਜੀ, ਇਹ ਤਾਂ ਪ੍ਰਦੀਪ ਸ਼ਰਮਾ ਤਾਂ ਨਾ ਐਵੇਂ ਹੈਬਚੁਅਲ ਕੰਪਲੇਨਟ ਹੈ। ਉਹ ਕਹਿੰਦੇ ਨਹੀਂ, ਹੀ ਇਜ਼ ਨਾਟ ਅ ਹੈਬਚੁਅਲ ਕੰਪਲੇਨਟ, ਵੀ ਗਿਵ ਯੂ 4 hours to 5 hours, ਤੁਸੀਂ ਇਹ ਕਾਪੀ ਲੈ ਲਓ, ਇਹਦਾ ਰਿਪਲਾਈ ਬਣਾ ਕੇ ਦੇ ਦਿਓ, ਅਸੀਂ ਪ੍ਰਦੀਪ ਸ਼ਰਮਾ ਨੂੰ ਸੰਮਨ ਕਰਾਂਗੇ, ਕਿਉਂਕਿ ਉਹਨੇ ਐਫੀਡੇਵਿਟ ਦਿੱਤਾ ਹੈ ਵਿਦ ਡਾਕੂਮੈਂਟ, ਔਰ ਡਾਕੂਮੈਂਟ ਅਥੈਂਟਿਕ ਹੈ, ਪਤਾ ਲੱਗ ਜਾਂਦਾ। ਤੁਸੀਂ ਇਹ ਦੱਸੋ ਕਿ ਵਿਲ ਯੋਰ ਸਨ ਵਿਡਰਾਅ ਹਿਜ਼ ਕੰਸੈਂਟ ਟੂ ਬਿਕਮ ਜੱਜ ਆਫ ਹਾਈ ਕੋਰਟ ਔਰ ਵੀ ਸ਼ੁੱਡ ਡੂ ਸਮ ਐਕਸ਼ਨ। ਇਹ 4:30 ਵਜੇ ਉੱਥੇ ਗਏ, 4:30 ਜਾਂ ਪਤਾ ਨਹੀਂ 5:30 ਵਜੇ, ਅਤੇ ਇਹ ਕਿਹਾ ਜੀ ਅਸੀਂ ਕੰਸੈਂਟ ਵਿਡਰਾਅ ਕਰ ਰਹੇ ਹਾਂ। ਇਹਦਾ ਨਾਮ ਸਾਫ਼ ਹੋ ਗਿਆ, ਖਤਮ, ਓਕੇ ਰਾਈਟ। ਉਸ ਤੋਂ ਬਾਅਦ ਇਹ ਆ ਗਿਆ। ਜਦੋਂ ਇਹਦੀ ਵਾਈਫ ਨੂੰ, ਪੈਬਲਾ ਬੈਲੀ ਨੂੰ ਪਤਾ ਲੱਗਿਆ ਕਿ ਇਹਨੇ ਝੂਠ ਬੋਲ ਕੇ ਮੇਰੇ ਨਾਲ ਮੈਰਿਜ ਕੀਤੀ ਹੈ, ਬਹੁਤ ਜ਼ਿਆਦਾ ਹੁਣੀ ਮੈਨੂੰ ਥੋੜ੍ਹੇ ਦਿਨ, ਵਿਆਹ 'ਚ ਕੀ ਝੂਠ ਸੀਗੇ? ਵਿਆਹ 'ਚ ਇਹਨੇ ਆਪਣੇ ਨੂੰ ਦਿਖਾਇਆ ਨਾ ਕਿ ਵੀ ਮੈਂ ਬੜਾ ਕੈਪੇਬਲ ਲਾਇਰ ਆ, ਮੈਂ ਫਲਾਣਾ ਢਮਕਾਂ। ਦੇਖੋ ਉਹ ਜਿਹੜੀ ਫੈਮਿਲੀ, ਉਹ ਪ੍ਰਾਸ਼ਰ ਫੈਮਿਲੀ ਹੈ, ਗੁਜਰਾਤ ਦੀ ਹੈ, ਉਹ ਉਹਨਾਂ ਦੇ ਫਿਸ਼ਿੰਗ ਟਰੋਲਰ ਚੱਲਦੇ ਆ ਉਹਦੇ ਫਾਦਰ ਦੇ। ਪੈਬਲਾ ਹਾਊਸ ਵਾਈਫ ਨਹੀਂ ਹੈ, ਸ਼ੀ ਰਨਸ NGO, ਬੜੀ ਸੋਸ਼ਲ ਬੜੀ ਸਟਰੋਂਗ ਲੇਡੀ ਹੈ, ਸੋਸ਼ਲ ਕਾਜ਼ ਹੋ ਗਏ ਨਾ ਉਹ ਤਾਂ, ਬੜੀ ਸਟਰੋਂਗ ਲੇਡੀ ਹੈ। ਮੈਨੂੰ ਕਿਸੇ ਨੇ ਐਕਚੁਅਲੀ, ਮੈਂ ਉਹਨਾਂ ਨੂੰ ਮਿਲਿਆ ਨਹੀਂ ਹੈ, ਬਟ ਆਈ ਵੁੱਡ ਡੈਫੀਨੇਟਲੀ ਲਾਈਕ ਟੂ ਮੀਟ ਹਰ ਆਲਸੋ, ਨਾਟ ਐਜ਼ ਕਿ ਵੀ ਮੈਂ ਤੇਰੇ ਹਸਬੈਂਡ ਨੂੰ ਜੁਡੀਸ਼ੀਅਲ ਜੱਜ ਤੋਂ ਉਤਾਰਿਆ, ਬਟ ਐਜ਼ ਏ ਹਿਊਮਨ ਬੀਇੰਗ ਆਈ ਵੁੱਡ ਲਾਈਕ ਟੂ ਮੀਟ ਹਰ। ਕਿਉਂਕਿ ਮੈਨੂੰ ਪਿੱਛੇ ਪਤਾ ਲੱਗਿਆ ਕਿ ਇਹ ਪੁਨੀਤ ਬਾਲੀ ਨਾ ਤਾਂ ਕਦੀ ਇਹ ਚੰਗਾ ਹਸਬੈਂਡ ਬਣਿਆ, ਨਾ ਇਹ ਚੰਗਾ ਬ੍ਰਦਰ ਬਣਿਆ। ਇਹਦੀ ਵਾਈਫ ਚਾਰੂ ਬਾਲੀ, ਇਹਦੀ ਸਿਸਟਰ ਚਾਰੂ ਬਾਲੀ ਹੈ, ਉਹ IPS ਨੇ, ਹਾਂ ਪੰਚਕੂਲਾ ਹੈ। ਨਾ ਇਹ ਚੰਗਾ ਮੁੰਡਾ ਬਣਿਆ, ਹਮੇਸ਼ਾ ਸ਼ਰਾਬ ਅਤੇ ਸ਼ਬਾਬ ਇਹਦੀ ਆਦਤ ਰਹੀ ਹੈ। ਇਹ ਦੋਨੋਂ ਚੀਜ਼ਾਂ ਜਿਹੜੀ ਹੈ ਨਾ, ਇਹ ਅੱਜ ਨਹੀਂ ਡੁੱਬੀਆਂ ਅਤੇ ਕੱਲ੍ਹ ਨਹੀਂ ਡੁੱਬੀਆਂ, ਤੁਹਾਨੂੰ ਲੈ ਕੇ ਡੁੱਬਦੀਆਂ। ਹੁਣ ਕਦੀ ਹਾਈ ਕੋਰਟ ਜਾਂਦਾ, ਕਈ ਇਹਦੇ ਕਾਮਨ ਫਰੈਂਡ ਪੁੱਛ ਲੈਂਦੇ ਆ ਕਿ ਵੀ ਕੀ ਗੱਲ ਹੈ, ਅਤੇ ਮੈਂ ਉਹਨੂੰ ਕਹਿੰਦਾ ਵੀ ਕਿੱਥੇ ਆ ਤੁਹਾਡਾ ਦੋਸਤ? ਕਹਿੰਦੇ ਹੁਣ ਜਦ ਦਾ ਤੁਸੀਂ ਕੀਤਾ ਉਹ ਇੱਥੇ ਆਉਂਦਾ ਹੀ ਨਹੀਂ ਹੈ, ਕਦੀ ਕੇਸ ਆਉਂਦਾ। ਹੁਣ ਉਹ ਮੈਲਬਰੋਸ ਕੇਸ 'ਚ ਅਪੀਅਰ ਹੋਇਆ ਸੀਗਾ ਪਿੱਛੇ, ਜਿਹੜਾ ਉਹ ਜ਼ੀਰਾ ਵਾਲਾ ਸ਼ਰਾਬ ਵਾਲਾ ਬਲਵਿੰਦਰ ਸਿੱਖੋਂ ਨੇ ਵੀ ਸ਼ੋਰਾ ਪਾਇਆ ਸੀਗਾ, ਉਹਦੇ 'ਚ ਐਜ਼ ਅਪੀਅਰ ਹੋਇਆ ਸੀ। ਫਿਰ ਇਹ PSIC ਪਲਾਟ ਸਕੈਮ ਮੈਂ ਡੀਲ ਕਰ ਰਿਹਾ, ਜਿਹੜਾ ਫਿਲਿਪਸ ਇੰਡਸਟਰੀ ਵਾਲਾ ਮੈਂ ਡੀਲ ਕਰ ਰਿਹਾ ਮੈਟਰ। ਉਹ ਸਾਡੇ ਨਾਲ ਸਾਰੇ NGO ਜੁੜੇ ਹੋਏ ਹੈ, ਜਿਹੜਾ ਇਹ ਸਾਰਾ PSIC 'ਚ ਅੰਦਰ ਹੋਏ ਹੈ। FIR ਹੋਈ ਹੈ ਤੁਹਾਡੀ, ਆ ਜਿਹੜੀ IS ਨੀਲਿਮਾ ਦੇ ਹੋਈ ਹੈ, ਅਸੀਂ ਸਾਰਾ ਮੈਟਰ ਡੀਲ ਕਰ ਰਹੇ ਹਾਂ। ਸੋ ਇਹ ਪੁਨੀਤ ਬਾਲੀ ਉਹ PSIC ਦਾ ਵੀ ਸਟੈਂਡਿੰਗ ਕਾਉਂਸਲ ਸੀਗਾ, ਠੀਕ ਹੈ ਜੀ। ਹੁਣ ਕਦੀ ਦਿੱਲੀ ਹੁੰਦਾ ਹੈ, ਕਦੀ ਕਿੱਥੇ ਹੁੰਦਾ। ਆਈ ਐਮ ਐਟਲੀਸਟ ਕੰਸਰਨਡ ਅਬਾਊਟ ਇਟ। ਜੋ ਮੈਂ ਜਿਹੜੀਆਂ ਆਪਾਂ ਇਹ ਸਾਰੀਆਂ ਜੱਜਾਂ ਦੀਆਂ ਗੱਲਾਂ ਕੀਤੀਆਂ ਨੇ ਆਪਾਂ, ਸੋ ਪ੍ਰਦੀਪ ਜੀ ਕਿੰਨਾ ਕੁ ਵਿਸ਼ਵਾਸ ਕਰੇ ਆਮ ਬੰਦਾ ਆਪਣਾ ਜੁਡੀਸ਼ਰੀ ਤੇ, ਜੇ ਤੁਸੀਂ ਦੱਸ ਰਹੇ ਹੋ ਵੀ ਇੰਨਾ ਕੁਛ ਮਤਲਬ ਮੈਲਾ ਅੰਦਰ ਹੈਗਾ। ਇੱਕੋ ਕਹਾਵਤ ਅੰਗਰੇਜ਼ੀ ਦੀ ਹੈਗੀ, ਜਸਟਿਸ ਡਿਲੇਜ਼ ਜਸਟਿਸ ਡਿਨਾਈ, ਮੈਨੂੰ ਤਾਂ ਲੱਗਦਾ ਉਹ ਵੀ ਹੁਣ ਕਿਤੇ ਮਾਇਨੇ ਨਹੀਂ ਰੱਖਦੀ ਫਿਰ ਤਾਂ। ਨਹੀਂ, ਹੁਣ ਤਾਂ ਡਿਨਾਈ ਹੈ ਭਰਾ ਜੀ, ਡਿਲੇ ਕਿੱਥੇ ਹੈ? ਹੁਣ ਤਾਂ ਡਿਨਾਈ ਹੈ। ਮੈਨੂੰ ਤਾਂ ਸਭ ਤੋਂ ਜ਼ਿਆਦਾ, ਮੈਂ ਵੈਸੇ ਆਈ ਐਮ ਗੋਡ ਫੀਅਰਿੰਗ ਪਰਸਨ, ਮੈਨੂੰ ਇਹ ਜਿਹੜੇ ਸੋ ਕਾਲਡ ਮੈਨ ਮੇਡ ਮਾਈ ਲਾਰਡਸ਼ਿਪ ਹੈ, ਮੈਂ ਇਹਨਾਂ ਤੋਂ ਨਹੀਂ ਡਰਦਾ, ਲੇਕਿਨ ਜਿਹੜਾ ਐਕਚੁਅਲ ਯੂਨੀਵਰਸ ਨੂੰ ਕੰਟਰੋਲ ਕਰਦਾ ਹੈ, ਮੈਂ ਉਸ ਤੋਂ ਡਰ ਕੇ ਤੁਹਾਨੂੰ ਕਹਿ ਰਿਹਾ ਕਿ ਹੁਣ ਜੁਡੀਸ਼ਰੀ ਦੀ ਇੰਤਹਾ ਹੋ ਗਈ ਹੈ। ਮੈਂ ਈਚ ਡੇ ਜਾਂਦਾ ਹਾਈ ਕੋਰਟ 'ਚ, ਮੈਨੂੰ ਐਂ ਲੱਗਦਾ ਹੈ ਕਿ ਹੁਣ ਗੋਲੀ ਚੱਲੀ। ਮੈਂ ਸੱਚੀ ਤੁਹਾਨੂੰ ਅੱਜ ਸਾਰਾ ਓਪਨ ਕੈਮਰੇ 'ਚ ਕਹਿ ਰਿਹਾ ਕਿ ਹੁਣ ਗੋਲੀ ਚੱਲੀ। ਤੁਹਾਨੂੰ ਲੱਗਦਾ ਵੀ ਤੁਹਾਡਾ ਖੁਦਾ ਨਾ ਖਾਸਤਾ ਜੇ ਅੰਤ ਹੋਇਆ ਤਾਂ ਇਦਾਂ ਹੋਏਗਾ? ਨਹੀਂ, ਮੈਨੂੰ ਨਹੀਂ, ਮੇਰਾ ਤਾਂ ਅੰਤ ਜੋ ਹੋਣਾ ਹੋ ਜੇ, ਕਿ ਮੈਨੂੰ ਐਂ ਲੱਗਦਾ ਕਿ ਹੁਣ ਕੋਈ ਸਾਲੀ ਇੱਥੇ ਗੋਲੀ ਨਾ ਚੱਲ ਜਾਏ ਕੋਰਟ ਦੇ ਵਿੱਚ। ਸਿਚੁਏਸ਼ਨ ਐਸੀ ਹੈ, ਕਿਉਂਕਿ ਕਿਸੇ ਨੂੰ ਤੁਹਾਨੂੰ ਪਤਾ ਥੋੜ੍ਹੀ ਕਿ ਆਮ ਦਾ ਬੰਦਾ, ਕਿਸੇ ਦਾ ਦਿਮਾਗ ਘੁੰਮ ਗਿਆ। ਮੇਰਾ ਦਿਮਾਗ ਘੁੰਮ ਗਿਆ
ਤੇ ਅਗਰ ਮੈਂ ਤਾਂ ਚਲੋ ਅਨਾਮਨਾ ਮੈਨੂੰ ਮੇਰੇ ਵਰਗਾ ਕੋਈ ਹੋਰ ਬੰਦਾ ਹੋਏ ਜਿਹੜਾ ਕਿ ਬਿਲਕੁਲ ਇਨੋਸੈਂਟ ਆ, ਉਹਨੂੰ ਤੁਸੀਂ ਟੰਗਤਾ, ਉਹ ਕੀ ਕਰੇਗਾ? ਵਾਟ ਵਿਲ ਹੀ ਡੂ? ਜਾਂ ਤਾਂ ਆਪਣੇ ਨੂੰ ਗੋਲੀ ਮਾਰੇਗਾ ਜਾਂ ਸਿਸਟਮ ਨੂੰ ਗੋਲੀ ਮਾਰੇਗਾ। ਔਰ ਸਿਸਟਮ 'ਚ ਤੁਹਾਨੂੰ ਪਤਾ ਹੈ ਕਿਹੜੇ ਕਿਹੜੇ ਬੰਦੇ ਆ, ਕਿਉਂਕਿ ਉਹ ਤਾਂ ਖਤਮ ਹੋ ਗਿਆ ਨਾ ਬੰਦਾ। ਤੇ ਹੱਲ ਕੀ ਹੈ ਇਸ ਮਸਲੇ ਦਾ? ਜੱਜ ਇਮਾਨਦਾਰ ਨਾਲ ਡਿਊਟੀ ਕਰਨ, ਕਰਪਸ਼ਨ ਨਾ ਰਵੇ? ਨਹੀਂ ਭਰਾ ਜੀ, ਇਹ ਨਾ ਕਿ ਆਹ ਮੈਂ ਗੱਲ ਕਰਾਂ ਨਿਰਮਲ ਯਾਦਵ ਤੇ ਜਸਟਿਸ ਨਿਰਮਲ ਕੌਰ ਵਰਗੇ ਕਾਂਡ ਹੁੰਦੇ ਰਹਿਣਗੇ? ਦੇਖੋ, ਨਿਰਮਲਜੀਤ ਜਿਹੜੇ ਹੈਗੇ ਆ ਉਹ ਕਾਠਗੜ੍ਹ ਦੇ ਆ। ਮੈਂ ਆਈ ਨੋ ਦੈਟ ਫੈਮਿਲੀ। ਉਹਨਾਂ ਦੇ ਬ੍ਰਦਰ ਵੀ ਐਚਪੀਐਸ ਮਹਿਲ ਰਹੇ ਆ ਇੱਥੇ ਜੱਜ। ਇੱਕ ਉਹਨਾਂ ਦੇ ਬ੍ਰਦਰ ਪਾਇਲਟ ਵੀ ਰਹੇ ਆ, ਸੀਐਮ ਹੈਲੀਕਾਪਟਰ ਵੀ ਉਡਾਉਂਦੇ ਰਹੇ ਆ। ਹੁਣ ਅਗਰ ਨਿਰਮਲਜੀਤ ਕੌਰ ਦੇ ਘਰ ਉਹ ਸੰਜੀਵ ਬੰਸਲ ਐਡਵੋਕੇਟ ਪੈਕਟ ਲੈ ਗਿਆ ਸੀਗਾ, ਉਹਨੂੰ ਮਾੜੇ ਸੀਗੇ ਪੈਸੇ ਉਹ ਰੱਖ ਲੈਂਦੀ। ਉਹਨੇ ਇਮੀਡੀਏਟਲੀ ਇਨਫੋਰਮ ਕਰਤਾ ਪੈਕਟ ਜਾਣਾ ਸੀ ਨਿਰਮਲ ਯਾਦਵ ਦੇ। ਉਹ ਤਰੀਕਾਂ ਭੁਗਤ ਰਹੀ ਹੈ ਨਾ ਜੱਜ, ਨਿਰਮਲਜੀਤ ਅਸੈਪਟ ਕਰ ਸਕਦੀ ਸੀਗੀ। ਠੀਕ ਹੈ, ਨਿਰਮਲਜੀਤ ਜਿਹੜੇ ਆਪਣੇ ਹੈਗੇ ਆ ਜੱਜ ਸਾਡੇ, ਮੇਰੇ ਫਾਦਰ ਦੇ ਮੈਂ ਦੱਸਿਆ ਬੜੇ ਲਿੰਕਅਪ ਰਹੇ ਆ। ਜਸਟਿਸ ਐਚ.ਐਸ. ਬੇਦੀ ਸੀਗੇ, ਉਹਨਾਂ ਨੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਸੀਗੀ ਨਿਰਮਲਜੀਤ ਨੇ, ਤੇ ਉਹਨਾਂ ਦਾ ਹਮਸਾਇਆ ਇਹਨਾਂ ਦੇ ਭੈਣ ਜੀ ਤੇ ਰਿਹਾ ਕਾਫੀ। ਉਹਨਾਂ ਦੀ ਏਬਲ ਗਾਈਡੈਂਸ ਸ਼ੀ ਬਿਕੇਮ ਏ ਜੱਜ। ਹੁਣ ਤਾਂ ਸ਼ਾਇਦ ਉਹ ਰਿਟਾਇਰ ਵੀ ਹੋ ਗਏ। ਮੇਰੇ ਖਿਆਲ ਚ ਲਾਸਟ ਪੋਸਟਿੰਗ ਹਿਊਮਨ ਰਾਈਟ ਕਮਿਸ਼ਨ ਚ ਨੇ ਸ਼ਾਇਦ ਮੈਂਬਰ। ਲਾਸਟ ਪੋਸਟਿੰਗ ਉਹਨਾਂ ਦੀ ਭੈਣ ਜੀ ਦੀ ਮੇਰੇ ਖਿਆਲ ਉੱਥੇ ਸੀਗੀ, ਜੈਪੁਰ ਜੂਪਰ ਰਾਜਸਥਾਨ 'ਚ ਸੀਗੇ। ਪਰ ਮੈਂ ਇਟਸ ਬੀਨ ਆਊਟ ਆਫ ਫॉर ਮੈਨੀ ਇਅਰਸ ਆਈ ਹੈਵਨਟ ਮੈਟ ਹਰ। ਜਸਟਿਸ ਅਜੀਤ ਸਿੰਘ ਬੈਂਸ ਬਾਰੇ ਕੀ ਕਹਿੰਦੇ ਹੋ? ਉਹੋ ਜਿਹੇ ਬੰਦੇ ਕਿੱਥੇ ਗਏ ਹੁਣ? ਉਹ ਨਹੀਂ ਆਉਂਦੇ ਜੁਡੀਸ਼ਰੀ 'ਚ? ਕਿਹੜੇ ਜੀ? ਜਸਟਿਸ ਅਜੀਤ ਸਿੰਘ ਬੈਂਸ। ਅਜੀਤ ਸਿੰਘ ਬੈਂਸ ਵਰਗੇ ਦੇਖੋ ਜੀ ਅੰਕਲ ਬਹੁਤ ਹੀ ਨੇਕ ਦਿਲ ਇਨਸਾਨ। ਆਪਣੇ ਟਾਈਮ 'ਚ ਉਹਨਾਂ ਨੇ ਆਪਣਾ ਪੂਰਾ ਲਾਈਫ ਸਪੈਨ ਅੱਛਾਈ ਤੇ ਚੱਲ ਕੇ ਗਏ ਆ। ਹੁਣ ਉਹਨਾਂ ਦਾ ਬੇਟਾ ਆਰ.ਐਸ. ਬੀਨਸ ਹੈ, ਠੀਕ ਹੈ। ਹੀ ਇਜ਼ ਅ ਸਿੰਪਲ ਮੈਨ, ਵੈਰੀ ਸਿੰਪਲ ਮੈਨ। ਬੇਸ਼ੱਕ ਉਹਨਾਂ ਕੋਲ ਕੇਸਿਸ ਦੀ ਘਾਟ ਨਹੀਂ ਹੈ। ਲੋਕ ਕਹਿੰਦੇ ਕਿ ਹੀ ਇਜ਼ ਅ ਸਪਾਈਨਲੈਸ। ਮੈਂ ਤਾਂ ਕਹਿੰਦਾ ਲੋਕ ਪਾਗਲ ਹੋ ਤੁਸੀਂ, ਜਿਹੜਾ ਤੁਸੀਂ ਆਰ.ਐਸ. ਬੀਨਸ ਸੀਨੀਅਰ ਐਡਵੋਕੇਟ ਨੂੰ ਕਹਿੰਦੇ ਸਪਾਈਨਲੈਸ ਹੈ। ਉਹ ਇਹ ਹੈ ਕਿ ਉਹ ਕਿਸੇ ਦੇ ਤਰਲੇ ਨਹੀਂ ਚੱਟਦਾ, ਉਹ ਕਿਸੇ ਜੱਜ ਦੇ ਅੱਗੇ ਮਿੰਨਤਾਂ ਨਹੀਂ ਕਰਦਾ ਕਿ ਜੀ ਐਂ ਕਰ ਦਿਓ। ਉਹ ਐਥਿਕਸ 'ਤੇ ਕੇਸ ਲੜਦਾ। ਅਜੀਤ ਸਿੰਘ ਬੈਂਸ ਨੂੰ ਮੈਂ ਜਾਣਦਾ ਅੰਕਲ ਨੂੰ, ਇਹਦਾ ਬ੍ਰਦਰ ਵੀ ਸੀਗਾ। ਉਤਸਵ? ਹਾਂ, ਉਤਸਵ ਨਹੀਂ, ਉਤਸਵ ਤਾਂ ਹੈਗਾ। ਇੱਕ ਇਹਦਾ ਬ੍ਰਦਰ ਸੀ ਇੱਥੇ ਤੇਜਿੰਦਰ, ਉਹ ਹੀ ਇਜ਼ ਆਈ.ਏ.ਐਸ. ਉਹ ਅਸਾਮ ਕੈਡਰ ਦੇ ਸੀ ਇੱਥੇ ਚੰਡੀਗੜ੍ਹ ਹਾਊਸਿੰਗ ਬੋਰਡ। ਕੁੱਕੂ ਤੇਜਿੰਦਰ ਬੈਂਸ ਉਹ ਅਸਾਮ ਕੈਡਰ ਦੇ ਆਈ.ਏ.ਐਸ. ਹੈ। ਉਹਨਾਂ ਦੇ ਵਿਚਾਰੇ ਬੇਟੇ ਦੀ ਵੀ ਪਿੱਛੇ ਡੈਥ ਹੋ ਗਈ। ਆਈ ਫੀਲ ਸੋ ਸੌਰੀ। ਬੈੱਡ ਰਿਡਨ ਸੀ ਕਾਫੀ ਸਾਲਾਂ ਤੋਂ। ਸੋ ਰੱਬ ਦਾ ਸਿਸਟਮ ਐਸਾ ਹੈ ਕਿ ਰੱਬ ਦਾ ਵੀ ਮੈਨੂੰ ਘਰ ਦਾ ਸਿਸਟਮ ਨਹੀਂ ਆਉਂਦਾ। ਜਿਹੜੇ ਲੁੱਚੇ ਬਦਮਾਸ਼ ਹੈ, ਜਿਹੜੇ ਇਹ ਜਸਟਿਸ ਦੀ ਸੀਟਾਂ 'ਤੇ ਬੈਠੇ ਹੈ, ਉਹਨਾਂ ਨੂੰ ਟੋਕਰੀਆਂ ਭਰ ਭਰ ਕੇ ਰਿਸ਼ਵਤਾਂ ਮਿਲਦੀਆਂ, ਉਹਨਾਂ ਦੇ ਘਰ ਭਰੀ ਜਾਂਦੇ ਹੈ। ਜਿਹੜੇ ਇਮਾਨਦਾਰ ਜੱਜ ਹੈ, ਉਹਨਾਂ ਦੇ ਬੇਟਾ ਕੋਈ ਸਪੈਸਟਿਕ ਹੈ, ਕੋਈ ਮੈਂਟਲ ਡਿਸੇਬਲ ਹੈ, ਕੋਈ ਕਿਸੇ ਦੀ ਬੀਵੀ ਭੱਜ ਗਈ, ਕਿਸੇ ਦੀ ਕੋਈ ਟ੍ਰੈਜਡੀ ਹੋ ਗਈ। ਮੈਨੂੰ ਤਾਂ ਰੱਬ ਦਾ ਸਿਸਟਮ ਵੀ ਨਹੀਂ ਸਮਝ ਆਉਂਦਾ। ਆਈ ਰੀਅਲੀ ਡੋਂਟ ਨੋ ਉਹ ਕੀ ਚਾਹੁੰਦਾ ਸਾਤੋਂ। ਕੋਈ ਉਹਦਾ ਵੀ ਚੈੱਕ ਐਂਡ ਬੈਲੈਂਸ ਨਹੀਂ ਮੈਨੂੰ ਸਮਝ ਆਉਂਦਾ। ਨਹੀਂ, ਉਹ ਰੱਬ ਦੇ ਬਾਰੇ ਤਾਂ ਕਹਿੰਦੇ ਨੇ ਕਿ ਜਿਹਨੇ ਪ੍ਰਮਾਤਮਾ ਨੂੰ ਪਾਣਾ ਹੈ ਤੇ ਪ੍ਰਮਾਤਮਾ ਉਹਦੀ ਪ੍ਰੀਖਿਆ ਬਹੁਤ ਲੈਂਦਾ। ਉਹ ਭਰਾ ਜੀ ਪ੍ਰੀਖਿਆ ਤਾਂ ਜਦੋਂ ਤੁਸੀਂ ਲੱਕੜਾਂ ਦੇ ਉੱਤੇ ਹੀ ਚਲੇ ਗਏ, ਉਹ ਪ੍ਰੀਖਿਆ ਕੀ ਹੈ? ਤੁਹਾਡੀ ਫੋਟੋ ਹੀ ਲੱਗ ਗਈ, ਫੋਟੋ ਵੀ 4-5 ਦਿਨ ਹਾਰ ਲੱਗੇ ਰਹਿਣਗੇ। ਉਸ ਤੋਂ ਬਾਅਦ ਰਿਸ਼ਤੇਦਾਰ ਕਹਿਣਗੇ ਆਉਣਗੇ, ਆਹ ਕਿਉਂ ਝਾਂਕੀ ਜਾਂਦਾ ਇਹਨੂੰ ਸੁੱਟੋ ਚੱਕ ਕੇ। ਤੁਹਾਡੀ ਫੋਟੋ ਵੀ ਚੱਕ ਕੇ ਸਾਰਾ ਸੁੱਟ ਦੇਣਗੇ ਉਹਦੇ 'ਚ। ਕੀ ਵੈਲਿਊ ਹੈ ਸਾਡੇ ਇਨਸਾਨਾਂ ਦੀ? ਮੈਂ ਲੋਕਾਂ ਨੂੰ ਭਰਾ ਜੀ ਹੱਥ ਜੋੜ ਕੇ, ਜਿੰਨੇ ਵੀ ਹਾਈ ਕੋਰਟ ਦੇ ਜੱਜਸ ਹੈ, ਮੇਰੇ ਵੀ ਕਈ ਕਾਮਨ ਫਰੈਂਡਸ ਹੈ ਜਿਹੜੇ ਕਿ ਹਾਈ ਕੋਰਟ ਦੇ ਜੱਜ ਹੈ, ਮੈਂ ਨਾਮ ਨਹੀਂ ਲੈਂਦਾ, ਜੱਜ ਦਾ ਉਹਨਾਂ ਨੇ ਓਥ ਲਿੱਤੀ ਹੈ। ਕਈ ਵਾਰ 17 ਸੈਕਟਰ ਜਾਂ ਕਦੀ ਮਿਲ ਜਾਂਦੇ ਆ। ਆਈ ਡੋਂਟ ਈਵਨ ਵਿਸ਼ ਦੈਮ, ਆਈ ਡੋਂਟ ਈਵਨ ਸ਼ੇਕ ਹੈਂਡ ਵਿਦ ਦੈਮ। ਕਈ ਵਾਰ ਅਸੀਂ ਕੀ ਲੋੜ ਹੈ? ਲੈਟਸ ਮੇਨਟੇਨ ਏ ਡਿਸਟੈਂਸ, ਲੈਟਸ ਮੇਨਟੇਨ ਏ ਡਿਸਟੈਂਸ। ਕੱਲ੍ਹ ਨੂੰ ਕਿਸੇ ਨੇ ਕਹਿ ਤਾ ਉਹਨਾਂ ਦੀ ਮੁਸੀਬਤ ਪੈ ਜਾਏਗੀ। ਉਹ ਕਹਿੰਗੇ ਆਹ ਪ੍ਰਦੀਪ ਸ਼ਰਮਾ ਉਹਦੇ ਨਾਲ ਖੜਿਆ ਸੀਗਾ, ਕੋਈ ਹੋਰ ਉਹਨਾਂ ਦੀ ਆਪੋਜ਼ਿਟ ਪਾਰਟੀ ਲੌਬੀ ਬਣਾ ਦੇਗੀ ਕਿ ਜੀ ਆ ਜੀ ਇਹ ਪ੍ਰਦੀਪ ਸ਼ਰਮੇ ਦਾ ਦੋਸਤ ਹੈ। ਪ੍ਰਦੀਪ ਐਸੀ ਚੰਗਾ ਲੱਗਦਾ ਕਿਸੇ ਨੂੰ ਹਾਈ ਕੋਰਟ 'ਚ? ਹਾਂ, ਉਹ ਚੰਗਾ ਲੱਗਦਾ ਹੀ ਨਹੀਂ। ਕੀ ਲੱਗਦਾ ਹੈ ਜਿਹੜਾ ਚਿੱਕੜ ਹੈ, ਮਿੱਟੀ, ਕਿੱਚੜ ਕਿੱਦਾਂ ਸਾਫ਼ ਹੋਏਗਾ? ਕੀਚੜ ਦੇਖੋ ਜੀ, ਜਿਹੜੀ ਜੁਡੀਸ਼ਰੀ ਦੇ ਅੱਜ ਕੱਲ੍ਹ ਹਾਈ ਕੋਰਟ ਦੇ ਜੱਜਿਸ ਹੈ, ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਯੂ ਡੋਂਟ ਸਿਟ ਇਨ ਯੋਰ ਰੂਮਸ। ਤੁਸੀਂ ਇਹ ਨਾ ਸੋਚੋ ਕਿ ਯੂ ਆਰ ਸੇਫ, ਕਿ ਤੁਸੀਂ ਇੱਕ ਕਾਲੇ ਚਿੱਟੇ ਕੋਟ ਪਾ ਕੇ, ਪਿੱਛੇ ਉਹ ਨੈਸ਼ਨਲ ਐਂਬਲਮ ਲੱਗਿਆ ਸੱਤਵੇਂ ਜੈਤੇ ਦਾ, ਪਿੱਛੇ ਮਹਾਤਮਾ ਗਾਂਧੀ ਨਹਿਰੂ ਦੀ ਫੋਟੋ ਲੱਗੀ ਹੈ, ਅਤੇ ਤੁਹਾਡੇ ਉਹ ਗਾਰਡ ਖੜ੍ਹੇ ਹੈ ਅਤੇ ਤੁਹਾਨੂੰ ਯੈਸ ਸਰ ਖੜ ਕੇ ਗੱਡੀ ਖੋਲ੍ਹਦੇ ਹੈ ਅਤੇ ਤੁਸੀਂ ਘਰ ਜਾਂਦੇ ਹੋ ਆਪਣੀ ਬੀਵੀ ਬੱਚਿਆਂ ਦੇ। ਮੇਰੀ ਉਹਨਾਂ ਨੂੰ ਰਿਕੁਐਸਟ ਹੈ, ਤੁਸੀਂ ਆਪਣੀ ਕੋਰਟ ਦੇ ਬਾਹਰ ਆ ਕੇ ਵੀ ਦੇਖੋ, ਤੁਹਾਡੀ ਬਾਹਰ ਕੋਰਟ 'ਚ ਕਰਪਸ਼ਨ ਕਿੰਨੀ ਹੈ। ਬੀ.ਕੇ. ਰॉय ਕੀ ਕਰਦੇ ਸੀਗੇ? 25 ਜੱਜਾਂ ਨੇ ਉਹਦੇ ਖਿਲਾਫ ਝੰਡਾ, ਤੁਹਾਨੂੰ ਪਤਾ ਨਹੀਂ ਹੈ, 25 ਜੱਜਾਂ ਨੇ
ਉਹਨਾਂ ਦੇ ਅਗੇਂਸਟ ਟਰਾਈ ਕਰਤੀ ਸੀ। ਦੈਟ ਵਾਸ ਦਾ ਫਸਟ ਹਿਸਟਰੀ। ਕਿਉਂ? ਕਿਉਂਕਿ 25 ਜੱਜ ਕਰਪਟ ਸੀਗੇ। ਉਹ ਕੀ ਕਰਦੇ ਸੀਗੇ, ਸਵੇਰੇ ਉਹਨਾਂ ਨੇ ਆਉਣਾ, ਕਈਆਂ ਨੂੰ ਤਾਂ ਪਤਾ ਨਹੀਂ ਸੀਗਾ ਵੀ ਵੀਕੇ ਰॉय ਕੌਣ ਹੈ, ਅੱਛਾ, ਸ਼ਕਲ ਤੋਂ ਨਹੀਂ ਜਾਣਦੇ ਸੀ, ਕਈਆਂ ਨੂੰ ਪਤਾ ਹੀ ਨਹੀਂ ਸੀਗਾ, ਠੀਕ ਹੈ, ਕਿਉਂਕਿ ਐਸਾ ਸਿਸਟਮ ਸੀ। ਉਹ ਕਿਸੇ ਵੀ ਜੱਜ ਦੀ ਕੋਰਟ 'ਚ ਜਾ ਕੇ ਦੱਸਦੇ ਨਹੀਂ ਸੀ, ਬੈਠ ਜਾਂਦੇ ਸੀ, ਦੇਖਦੇ ਸੀ ਕਿ ਵੀ ਇਹ ਕਿਵੇਂ ਕਰ ਰਿਹਾ ਡਿਸਪੈਂਸ ਜਸਟਿਸ। ਸ਼ਾਮ ਨੂੰ ਉਹਦਾ ਫੋਲੋ ਕੀ ਕਰ ਰਿਹਾ ਸੀ ਤੂੰ। ਉਹਨਾਂ ਨੇ ਐਸਾ ਮੇਨਟੇਨ ਕੀਤੀ ਹੋਈ ਸੀ ਸੀਕ੍ਰੇਸੀ, ਇੱਕ ਇੱਕ ਜੱਜ ਦੀ ਉਹਨਾਂ ਕੋਲ ਇਨਫੋਰਮੇਸ਼ਨ ਆਉਂਦੀ ਸੀ ਕਿ ਅੱਜ ਉਹ ਵਕੀਲ ਅਪੀਅਰ ਹੋਇਆ ਜੀ, ਉੱਥੇ ਰਿਲੀਫ ਦਿੱਤਾ। ਉਹ ਜਜਮੈਂਟਾਂ ਦੇਖਦੇ ਸੀਗੇ। ਐਜ਼ ਏ ਰਿਜ਼ਲਟ ਉਸ ਵੇਲੇ ਜਸਟਿਸ ਵਿਨੇ ਮਿੱਤਲ ਹੁੰਦਾ ਸੀਗਾ, ਉਹਦੀ ਟਰਾਂਸਫਰ ਕੀਤੀ। ਜਸਟਿਸ ਵੀਕੇ ਝਾਂਜੀ ਸੀ, ਉਹਦੀ ਟਰਾਂਸਫਰ ਕੀਤੀ। ਹਾਲੇ ਕਰਨੀਆਂ ਬਹੁਤ ਟਰਾਂਸਫਰਾਂ ਸੀ ਉਹਨਾਂ ਨੇ, ਲੇਕਿਨ ਇੰਨਾ ਕੁ ਕਾਂਗਰਸ ਵੇਲੇ ਉਹ ਹੋਇਆ ਸੀ ਕੰਮ। ਇਹਨਾਂ ਦੇ ਪੋਲੀਟੀਕਲ ਮਾਸਟਰ ਹੈ ਨਾ ਉੱਪਰ ਬੈਠੇ ਹੋਏ, ਇਹਨਾਂ ਨੇ ਟਰਾਂਸਫਰ ਕਰਾਤੀ। ਕਿਉਂਕਿ ਸੁਪਰੀਮ ਕੋਰਟ ਦਾ ਜੱਜ ਜਿਹੜਾ ਹੋਣਾ ਉਹ ਕਾਂਗਰਸ ਨੋਮੀਨੇਟਡ ਹੋਣਾ, ਅਤੇ ਜਿਹੜੀ ਕਾਂਗਰਸ ਹੈ ਉਹ ਇਨਵੈਂਸ਼ਨ ਆਫ ਕਰਪਸ਼ਨ ਪਾਰਟੀ ਹੈ। ਅਸੀਂ ਸਾਰਾ ਦਿਨ ਬਾਪੂ ਬਾਪੂ ਕਰਦੇ ਰਹਿੰਦੇ ਹਾਂ, ਬਚਪਨ ਤੋਂ ਸਾਡੇ ਬੱਚਿਆਂ ਨੂੰ ਮਹਾਤਮਾ ਗਾਂਧੀ ਪੜ੍ਹਾਉਂਦੇ ਹਾਂ। ਯਾਰ ਉਹ ਕਿਹੜੇ ਆਦਰਸ਼ ਹੈ ਮੈਨੂੰ ਦੱਸੋ। ਅੱਜ ਕੱਲ੍ਹ ਦੀ ਡੇਟ 'ਚ ਕਿਹੜੇ ਮਹਾਤਮਾ ਗਾਂਧੀ ਦੇ ਆਦਰਸ਼ ਫੋਲੋ ਹੁੰਦੇ ਹੈ, ਕਿਹੜੇ ਪੰਡਿਤ ਨਹਿਰੂ ਦੇ ਆਦਰਸ਼ ਫੋਲੋ ਹੁੰਦੇ ਹੈ। ਭੀਮ ਅੰਬੇਡਕਰ ਦਾ ਸੀ, ਸਾਡੇ ਬਾਲਮੀਕੀ ਭਾਈ ਹੈ, ਉਹਨਾਂ ਨੂੰ ਰਿਜ਼ਰਵੇਸ਼ਨ ਤੁਸੀਂ ਦਿੱਤੀ ਹੋਈ ਹੈ, ਸਭ ਤੋਂ ਜ਼ਿਆਦਾ ਸਫਰਿੰਗ ਉਹਨਾਂ ਦੀ ਹੈ। ਹੱਲ ਕੀ ਹੈ ਫਿਰ? ਇੰਡੀਆ ਦਾ ਸਾਰਾ ਕੌਨਸਟੀਟਿਊਸ਼ਨ ਰੋਟਨ ਹੈ, ਸਾਰਾ ਕੌਨਸਟੀਟਿਊਸ਼ਨ ਰੀਰਿਟਨ ਹੋਣਾ ਚਾਹੀਦਾ ਹੈ। ਜੁਡੀਸ਼ੀਅਲ ਅਪਾਇੰਟਮੈਂਟ ਸਾਡੇ ਥਰੂ ਹੋਣੀ ਚਾਹੀਦੀ ਹੈ, ਬੀਇੰਗ ਪਬਲਿਕ ਮੈਂਡੇਟ। ਪਬਲਿਕ 'ਚ ਨੋਟਿਸ ਕਢਾਓ। ਕੋਈ ਜ਼ਰੂਰੀ ਨਹੀਂ ਹੈ ਕੋਲੀਜੀਅਮ ਸਿਸਟਮ। ਕੀ ਹੈ ਕੋਲੀਜੀਅਮ ਸਿਸਟਮ? ਉਹ ਸਾਡੇ ਵਾਸਤੇ ਬੈਠੇ ਆ ਨਾ, ਅਸੀਂ ਉਹਨਾਂ ਨੂੰ ਅਪਾਇੰਟ ਕਰਾਇਆ ਨਾ, ਸਾਡੀ ਮੈਂਡੇਟ ਹੋਣੀ ਚਾਹੀਦੀ ਹੈ। ਦੇਰ ਸ਼ੁੱਡ ਬੀ ਏ। ਹੁਣ ਜਿਵੇਂ ਕਿਰਨ ਰਿਜੂ ਦਾ ਆਇਆ, ਅੱਜ ਕੱਲ੍ਹ ਮੈਸੇਜ ਪੜ੍ਹਿਆ ਕਿ ਜਿਹੜੇ ਜੱਜਿਸ ਹੁੰਦੇ ਆ ਨਾ ਉਹ ਵੋਟਿੰਗ ਥਰੂ ਨਹੀਂ ਆਉਂਦੇ। ਮੈਂ ਕਿਰਨ ਰਿਜੂ ਨੂੰ ਕਹਿੰਦਾ ਕਿ ਕਰਵਾ ਲਓ, ਤੁਸੀਂ ਵੋਟਿੰਗ ਕਰਾ ਲਓ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੁਸੀਂ 150 ਬੰਦਿਆਂ ਦੇ ਨਾਮ ਰਿਕਮੈਂਡ ਕਰਾਓ ਅਤੇ ਪਬਲਿਕ ਨੂੰ ਇੱਕ ਵਿੰਡੋ ਦਿਓ, ਅਤੇ ਜਿਵੇਂ ਮੈਂਡੇਟ ਹੈ ਕਰਾ ਲਓ। ਤੁਸੀਂ 150 ਜੱਜਾਂ ਦਾ ਨਾਮ ਪਾਓ, 150 ਦੇ 150 ਰਿਜੈਕਟ ਹੋ ਜਾਣਗੇ ਤੁਹਾਡੇ ਨਾਮ। ਕਰਾ ਲਓ, ਮੈਂ ਬੈਠਿਆ। ਲੈਟਸ ਹੈਵ ਐਕਸਪੈਰੀਮੈਂਟਲ। ਸੋ ਸ਼ਰਮਾ ਜੀ, ਇੱਕ ਨਵੀਂ ਤੁਸੀਂ ਜਿਹੜੀ ਗੱਲ ਉਠਾ ਰਹੇ ਹੋ ਹੁਣ, ਅੰਕਲ ਜੱਜਸ, ਇਹ ਕੀ ਚੀਜ਼ ਹੈ? ਅੰਕਲ ਜੱਜਸ ਇਹ ਹੈ ਜੀ ਕਿ ਜਿਵੇਂ ਕੋਈ ਜੱਜ ਰਿਟਾਇਰ ਹੋ ਗਿਆ, ਉਹਦੇ ਮੁੰਡੇ ਪ੍ਰੈਕਟਿਸ ਕਰ ਰਹੇ ਹੈ, ਜਾਂ ਜਿਵੇਂ ਸਿਟਿੰਗ ਜੱਜ ਹੈ ਉਹਨਾਂ ਦੇ ਬੱਚੇ ਕਿਸੇ ਹੋਰ ਬੈਂਚ ਦੇ ਸਾਹਮਣੇ ਅਪੀਅਰ ਹੋ ਰਹੇ ਹੈ। ਐਕਚੁਅਲੀ ਹੈ ਤਾਂ ਉਹਦੇ ਸਬੋਰਡੀਨੇਟ। ਹੁਣ ਅਗਰ ਜਸਟਿਸ ਰਵੀ ਸ਼ੰਕਰ ਦੇ ਨਾਲ ਅਰੁਣ ਪੱਲੀ ਜਸਟਿਸ ਬੈਠਿਆ ਹੈ, ਅਰੁਣ ਪੱਲੀ ਦਾ ਮੁੰਡਾ ਜਾਂ ਕੁੜੀ ਕਿਸੇ ਜੱਜ ਦੇ ਅਪੀਅਰ ਹੁੰਦਾ, ਉਹਨਾਂ ਨੂੰ ਇਹ ਤਾਂ ਪਤਾ ਹੈ ਨਾ ਕਿ ਵੀ ਇਹ ਉਹਨਾਂ ਦਾ ਬੇਟਾ ਹੈ, ਅਤੇ ਉੱਥੇ ਰਿਲੀਫ ਵੇਲੇ ਕੋਈ ਹੋਰ ਪੈਰਾਮੀਟਰ ਹੁੰਦੇ ਹੈ। ਮੈਂ ਅਗਰ ਜਾਂਦਾ ਐਜ਼ ਏ ਲੇਮੈਨ, ਸਿੱਧੀ ਗੱਲ ਕਹੀਏ, ਪਿਕ ਐਂਡ ਚੂਜ਼, ਪਾਰਸ਼ੈਲਿਟੀ ਹੁੰਦੀ ਹੈ। ਮੇਰੀ ਇੱਕ ਸਟਰੋਂਗ ਐਡਵੋਕੇਸ਼ਨ ਹੈਗੀ ਹੈ ਕਿ ਜਿੰਨੇ ਵੀ ਡਿਸਟ੍ਰਿਕਟ ਸੈਸ਼ਨ ਜੱਜ ਤੋਂ ਐਲੀਵੇਟ ਹੁੰਦੇ ਆ ਪੰਜਾਬ ਹਰਿਆਣਾ ਹਾਈ ਕੋਰਟ 'ਚ, ਠੀਕ ਹੈ, ਦੇ ਸ਼ੁੱਡ ਨੈਵਰ ਬੀ ਰਿਮੇਨ ਪੋਸਟਡ ਹੇਅਰ। ਦੂਸਰੀ ਗੱਲ, ਜਿੰਨੇ ਵੀ ਬਾਰ ਤੋਂ ਐਲੀਵੇਟ ਹੋ ਕੇ ਜੱਜ ਬਣਦੇ ਆ, ਦੇ ਸ਼ੁੱਡ ਨੈਵਰ ਬੀ ਪੋਸਟਡ ਹੇਅਰ। ਇਹਨਾਂ ਦੀ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਅੰਕਲ ਜੱਜਸ ਦੀ, ਕਿਉਂਕਿ ਜਿਸ ਹਿਸਾਬ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਚੱਲ ਰਿਹਾ ਹੈ, ਜਿੰਨੇ ਪ੍ਰੀਮੀਅਮ ਕੇਸਿਸ ਹੈ ਇੰਪੋਰਟੈਂਟ, ਜਿਵੇਂ ਆਸ਼ੂ ਦਾ ਕੇਸ ਲੈ ਲਓ ਤੁਸੀਂ, ਉਹਨੇ ਕੱਲ੍ਹ ਉਹਨੇ ਇੰਨਾ 4-5 ਪੇਜਾਂ ਦਾ ਆਰਡਰ ਲਿਖਤਾ, ਉਹ ਨਾਮ ਭੁੱਲ ਗਿਆ ਮੈਂ ਜੱਜ ਦਾ, ਲਿਖਤਾ, ਉਹਦੇ 'ਚ ਸਾਫ਼ ਪਤਾ ਲੱਗਦਾ ਕਿ ਵੀ ਇਹ ਫਿਕਸਿੰਗ ਹੋਈ ਹੈ ਕੇਸ 'ਚ। ਮਿਸਟਰ ਆਸ਼ੂ ਦੀ ਗੱਲ ਕਰ ਰਹੇ ਹੋ? ਹਾਂ। ਅੱਛਾ, ਇੱਕ ਚੀਜ਼ ਹੋਰ। ਨਾ, ਬੈਂਸ ਦੀ। ਅੱਛਾ ਹਾਂ, ਬੈਂਸ ਦੀ ਜੀ। ਔਰ ਇਹ ਕੇਸ ਜਿਸ ਜੱਜ ਨੇ, ਮੈਂ ਨਾਮ ਭੁੱਲ ਗਿਆ ਜੱਜ ਸਾਹਿਬ ਦਾ, ਉਹੀ ਕੇਸ ਆਸ਼ੂ ਦਾ ਕੇਸ। ਸਿਮਰਜੀਤ ਬੈਂਸ ਰੇਪ ਕੇਸ ਦੀ ਗੱਲ ਕਰ ਰਹੇ ਹੋ? ਹਾਂਜੀ। ਅੱਛਾ, ਠੀਕ ਹੈ। ਅੱਛਾ, ਇੱਕ ਚੀਜ਼ ਹੋਰ, ਕੋਈ ਇਹੋ ਜਿਹੇ ਜੱਜ ਵੀ ਹੈ ਜਿਹੜੇ ਇਮਾਨਦਾਰੀ ਕਰਕੇ ਡਿਸਮਿਸ ਹੋ ਗਏ ਹੋਣ? ਇਹੋ ਜਿਹੀ ਵੀ ਐਗਜ਼ਾਮਪਲ ਹੋਣਗੀਆਂ? ਦੇਖੋ ਜੀ, ਮੈਂ ਇੱਥੇ ਇੱਕ ਜੱਜ ਨਾਜ਼ਮੀਨ ਸਿੰਘ ਹੁੰਦੀ ਸੀਗੀ, ਉਹ ਸ਼ਰਾਬ ਪੀ ਕੇ ਆਉਂਦੇ ਸੀ, ਉਹਨੂੰ ਕੱਢਤਾ। ਅਤੇ ਇੱਕ ਹੋਰ ਸੀਗਾ, ਉਹਨੇ ਆਪਣਾ ਗਲਤ BC ਦਾ ਸਰਟੀਫਿਕੇਟ ਦਿੱਤਾ, ਉਹ ਕੱਢਤਾ ਸੀਗਾ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜਿੰਨੇ ਵੀ ਰਜਿਸਟਰ ਹੈ, ਜਿੰਨੀ ਵੀ ਤੁਸੀਂ RTI ਪਾਓ ਜੱਜਾਂ ਦੇ ਬਾਰੇ, ਇਹ ਨਾ ਥਰਡ ਪਾਰਟੀ ਇਨਫੋਰਮੇਸ਼ਨ ਕਰ ਦਿੰਦੇ ਆ। ਥਰਡ ਪਾਰਟੀ। ਅੱਛਾ। ਮੇਰੀ ਹੁਣ ਇੱਕ ਨਰਿੰਦਰ ਸਿੰਘ ਦੇ ਨਾਲ ਥੋੜ੍ਹੀ ਜਿਹੀ ਪ੍ਰੋਬਲਮ ਚੱਲ ਰਹੀ ਹੈ। ਆਈ ਵਿਲ ਮੀਟ ਹਿਮ। ਮੈਂ 2 ਜੱਜਾਂ ਦੀ ਇਨਫੋਰਮੇਸ਼ਨ ਮੰਗੀ ਸੀ ਜਿਨ੍ਹਾਂ ਨੂੰ ਸਰਵਿਸ ਤੋਂ ਟਰਮੀਨੇਟ ਕਰਤਾ। ਕਹਿੰਦਾ ਜੀ ਇਟ ਇਜ਼ ਅ ਥਰਡ ਪਾਰਟੀ। ਵਾਈ ਥਰਡ ਪਾਰਟੀ? ਥਰਡ ਪਾਰਟੀ ਕਿਉਂ ਹੈ? ਜਦੋਂ ਤੁਸੀਂ ਉਹਨਾਂ ਨੂੰ ਡਿਸਮਿਸ ਹੀ ਕਰਤਾ ਕੋਡ ਆਫ ਕੰਡਕਟ 'ਤੇ ਤੁਸੀਂ ਮੈਨੂੰ ਇਨਫੋਰਮੇਸ਼ਨ ਦਿਓ। ਅੰਡਰ RTI ਥਰਡ ਪਾਰਟੀ ਕਿੱਥੋਂ ਹੋ ਗਈ? ਦੇ ਵਰ ਕਮਿਟਿੰਗ ਕ੍ਰਾਈਮਸ ਨਾ ਵਾਈਲ ਮਿਸਯੂਜ਼ਿੰਗ ਜੁਡੀਸ਼ੀਅਲ ਪ੍ਰੋਸੈਸ। ਤੁਸੀਂ ਦਿਓ, ਠੀਕ ਹੈ। ਹੁਣ ਮੈਂ ਇੱਕ ਦਿਨ ਪਹਿਲੇ, ਉਹ ਨਰਿੰਦਰ ਸਿੰਘ ਰਜਿਸਟਰਾਰ ਸੀ ਇੱਥੇ 22 'ਚ ਹੀ ਰਹਿੰਦਾ,
ਉਹਨੇ ਐਕਚੁਅਲੀ ਮੈਨੂੰ ਆਇਡੈਂਟੀਫਾਈ ਨਹੀਂ ਕੀਤਾ, ਬਟ ਆਈ ਹੈਵ ਸੀਨ ਹਿਮ ਡਿਊਰਿੰਗ ਦੋ ਟਾਈਮ। ਤੇ ਮੈਂ ਉਹਨੂੰ ਸਵੇਰੇ ਮੈਸੇਜ ਕੀਤਾ, ਈਮੇਲ ਕੀਤੀ ਹੈ ਕਿ ਪਲੀਜ਼ ਐਡਜੋਰਨ ਦਾ ਕੇਸ, ਕਿਉਂਕਿ ਮੇਰਾ ਕੋਈ ਮੈਟਰ ਲੱਗਿਆ ਹੋਇਆ ਸੀਗਾ, ਮੈਂ ਕਿੱਥੇ ਜਾਣਾ ਸੀਗਾ ਕਿਸੇ ਕੋਰਟ ਦੇ ਵਿੱਚ। ਤੇ ਉਹਨੇ ਸ਼ਾਮ ਨੂੰ ਹੀ ਮੈਨੂੰ ਐਕਸ ਪਾਰਟੀ ਆਰਡਰ ਪਾਸ ਕਰਕੇ ਦੇਤਾ ਵੀ ਭਲੇ ਮਾਨਸਾ ਤੂੰ ਸਵੇਰੇ ਤੈਨੂੰ 11 ਵਜੇ ਮੇਰੀ ਮੇਲ 'ਚ ਤੈਨੂੰ ਮੈਂ ਕਿਹਾ ਤੂੰ ਐਡਜੋਰਨ ਕਰ ਦੇ, ਮੈਂ ਪਰਸਨਲੀ ਤੇਰੇ ਕੋਲ ਆਵਾਂਗਾ। ਸ਼ਾਮ ਨੂੰ 4:30 ਵਜੇ ਇੰਨੀ ਜਲਦੀ 2 ਵਜੇ ਦਾ ਆਰਡਰ ਕਰਤਾ, ਨਾਲੇ ਲਿਖਤਾ ਥਰਡ ਪਾਰਟੀ। ਸੋ ਪ੍ਰਦੀਪ ਸ਼ਰਮਾ ਉਹਨਾਂ ਨਾਲ ਜੁਡੀਸ਼ਰੀ ਨੂੰ ਲੈ ਕੇ ਗੱਲਬਾਤ ਜਿਹੜਾ ਹੈਗਾ ਸਾਡੀ ਚੱਲ ਰਹੀ ਸੀ, ਔਰ ਦੇਖਿਆ ਜਾਵੇ ਜਿੱਦਾਂ ਦੀਆਂ ਉਦਾਹਰਨਾਂ ਜਿਹੜੀਆਂ ਪੇਸ਼ ਕੀਤੀਆਂ ਗਈਆਂ ਨੇ, ਕੋਈ ਇਹ ਵੀ ਨਹੀਂ ਕਿ ਹਵਾ ਹਵਾਈ ਗੱਲਾਂ ਨੇ, ਕਾਗਜ਼ੀ ਗੱਲਾਂ ਨੇ, ਸਬੂਤ ਨੇ ਹਰ ਚੀਜ਼ ਦੇ ਵੀ ਐਡੀ ਸਾਡੀ ਜੁਡੀਸ਼ਰੀ ਗਰਕ ਚੁੱਕੀ ਹੈ ਕਿ ਆਮ ਆਦਮੀ ਨੂੰ ਜਿਹੜੀ ਇਨਸਾਫ ਦੀ ਆਸ ਕਚਹਿਰੀ 'ਚ ਕੋਰਟ 'ਚ ਹੁੰਦੀ ਹੈ, ਅਦਾਲਤ ਦਾ ਦਰਵਾਜ਼ਾ ਖੜਕਾ ਕੇ ਹੁੰਦੀ ਹੈ, ਉਹ ਵੀ ਲਗਭਗ ਮੁੱਕਦੀ ਜਾਂਦੀ ਨਹੀਂ, ਮੁੱਕ ਹੀ ਗਈ ਹੈ। ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਸ਼ੁਕਰੀਆ।